ਵੈਲਕਮ ਟੂ ਮਾਈ ਚੈਨਲ। ਇਸ ਚੈਨਲ ਨੂੰ ਬਣਾਉਣ ਦਾ ਇੱਕੋ ਇੱਕ ਕਾਰਨ ਹੈ ਕਿ ਪੰਜਾਬੀ ਬੋਲੀ ਨੂੰ ਸਮਝਣ ਵਾਲੇ ਤੇ ਪਿਆਰ ਕਰਨ ਵਾਲੇ ਇਮੀਗ੍ਰੇਸ਼ਨ ਦੇ ਰਿਲੇਟਡ ਕਾਨੂੰਨਾਂ ਨੂੰ ਆਸਾਨ ਭਾਸ਼ਾ ਵਿੱਚ ਸਮਝ ਸਕਣ ਤੇ ਕਿਸੇ ਇਮੀਗ੍ਰੇਸ਼ਨ ਏਜੰਟ ਜਾਂ ਕੰਸਲਟੈਂਟ ਕੋਲ ਜਾਣ ਤੋਂ ਪਹਿਲਾਂ ਆਪਣੀ ਤਿਆਰੀ ਕਰ ਸਕਣ। ਇਸ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਘਰ ਬੈਠ ਕੇ ਤੁਸੀਂ ਕਿਵੇਂ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਹੋ ਬਿਨਾਂ ਕਿਸੇ ਏਜੰਟ ਦੀ ਹੈਲਪ ਤੋਂ। ਸਿਟੀਜ਼ਨਸ਼ਿਪ ਲਈ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਤੇ ਉਹ ਡਾਕੂਮੈਂਟਸ ਕਿਵੇਂ ਫਿਲ ਤੇ ਫਾਈਲ ਕਰਨੇ ਨੇ, ਇਸ ਬਾਰੇ ਵੀ ਆਪਾਂ ਡਿਟੇਲ 'ਚ ਗੱਲ ਕਰਾਂਗੇ। 2022 ਤੋਂ ਸਿਟੀਜ਼ਨਸ਼ਿਪ ਐਪਲੀਕੇਸ਼ਨ ਵੀ ਆਨਲਾਈਨ ਅਪਲਾਈ ਕਰਨ ਦੀ ਆਪਸ਼ਨ ਸ਼ੁਰੂ ਹੋ ਚੁੱਕੀ ਹੈ ਤੇ ਮੈਂ ਤੁਹਾਨੂੰ ਸੁਜੈਸਟ ਕਰਾਂਗਾ ਕਿ ਆਨਲਾਈਨ ਹੀ ਸਿਟੀਜ਼ਨਸ਼ਿਪ ਲਈ ਅਪਲਾਈ ਕਰੋ, ਕਿਉਂਕਿ ਆਨਲਾਈਨ ਅਪਲਾਈ ਕਰਨ ਨਾਲ ਤੁਹਾਡੀ ਫਾਈਲ ਜਲਦੀ ਰਿਸੀਵ ਕੀਤੀ ਜਾਂਦੀ ਹੈ। ਇਸ ਲਈ ਸਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਧਿਆਨ ਦਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ। ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਉਣ ਵਾਲੇ ਐਪੀਸੋਡਸ ਲਈ ਨੋਟੀਫਿਕੇਸ਼ਨ ਦੀ ਬੈਲ ਨੂੰ ਦਬਾਉਣਾ ਨਾ ਭੁੱਲੋ। ਨੰਬਰ 1, CIT 0002 ਐਪਲੀਕੇਸ਼ਨ ਫॉर ਕੈਨੇਡੀਅਨ ਸਿਟੀਜ਼ਨਸ਼ਿਪ। ਜਦੋਂ ਤੁਸੀਂ ਆਨਲਾਈਨ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਕੋਈ ਡਾਕੂਮੈਂਟ ਡਾਊਨਲੋਡ ਨਹੀਂ ਕਰਨਾ ਪੈਂਦਾ, ਬਸ ਤੁਹਾਨੂੰ ਸਟੈਪ ਬਾਈ ਸਟੈਪ ਇਹ ਸਾਰੀ ਇਨਫੋਰਮੇਸ਼ਨ ਫਿਲ ਕਰਨੀ ਹੁੰਦੀ ਹੈ। ਬੇਸਿਕਲੀ ਕੀ ਫਿਲ ਕਰਨਾ ਹੁੰਦਾ ਹੈ ਇਸ ਦੇ ਬਾਰੇ ਡਿਟੇਲ 'ਚ ਡਿਸਕਸ ਕਰਾਂਗੇ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਤੁਸੀਂ ਆਪਣੇ ਬਾਰੇ ਇਕੱਠੀ ਕਰਨੀ ਹੈ। ਜਦੋਂ ਤੁਸੀਂ ਪੇਪਰ ਐਪਲੀਕੇਸ਼ਨ ਫਾਈਲ ਕਰਦੇ ਹੋ ਤਾਂ ਤੁਹਾਨੂੰ ਇਹ ਡਾਕੂਮੈਂਟ ਡਾਊਨਲੋਡ ਕਰਕੇ ਭਰਨਾ ਪੈਂਦਾ ਹੈ, ਪਰ ਜੇ ਤੁਸੀਂ ਆਨਲਾਈਨ ਐਪਲੀਕੇਸ਼ਨ ਸਬਮਿਟ ਕਰਨਾ ਚਾਹੁੰਦੇ ਹੋ ਤਾਂ ਡਾਕੂਮੈਂਟ ਡਾਊਨਲੋਡ ਕਰਨ ਦੀ ਕੋਈ ਲੋੜ ਨਹੀਂ ਹੈ, ਪਰ ਇਨਫੋਰਮੇਸ਼ਨ ਸੇਮ ਹੀ ਭਰਨੀ ਪਏਗੀ। ਹੁਣ ਮੈਂ ਸਕਰੀਨ ਤੇ ਦਿਖਾਵਾਂਗਾ ਕਿ ਫਾਰਮ CIT 0002 ਨੂੰ ਕਿਵੇਂ ਫਿਲ ਕਰਨਾ ਹੈ। ਹੈਲੋ, ਇਹ ਫਾਰਮ ਹੈ CIT 0002 ਐਪਲੀਕੇਸ਼ਨ ਫॉर ਕੈਨੇਡੀਅਨ ਸਿਟੀਜ਼ਨਸ਼ਿਪ ਐਡਲਟਸ। ਸੋ ਜਿਨ੍ਹਾਂ ਦੀ ਏਜ 18 ਈਅਰਸ ਤੋਂ ਜ਼ਿਆਦਾ ਹੈ ਉਹ ਇਹ ਫਾਰਮ ਫਿਲ ਕਰਨਗੇ, ਜਿਨ੍ਹਾਂ ਦੀ ਏਜ 18 ਤੋਂ ਘੱਟ ਹੈ ਉਹਨਾਂ ਵਾਸਤੇ ਅਲੱਗ ਫਾਰਮ ਹੈ। ਬੇਸਿਕਲੀ ਜਦੋਂ ਤੁਸੀਂ ਆਨਲਾਈਨ ਐਪਲੀਕੇਸ਼ਨ ਫਿਲ ਕਰਦੇ ਹੋ ਤਾਂ ਤੁਹਾਨੂੰ ਇਹ ਫਾਰਮ ਡਾਊਨਲੋਡ ਕਰਨ ਦੀ ਕੋਈ ਜ਼ਰੂਰਤ ਨਹੀਂ ਪੈਂਦੀ, ਪਰ ਤੁਹਾਨੂੰ ਇਹੀ ਸੇਮ ਇਨਫੋਰਮੇਸ਼ਨ ਉਸ ਫਾਰਮ ਦੇ ਵਿੱਚ ਵੀ ਉਹ ਆਨਲਾਈਨ ਵੀ ਭਰਨੀ ਪੈਗੀ। ਸੋ ਆਪਾਂ ਸਾਰੀ ਫਾਰਮ ਦੇ ਗੋ ਥਰੂ ਹੋਵਾਂਗੇ ਕਿ ਕਿਹੜੀ ਇਨਫੋਰਮੇਸ਼ਨ ਤੁਹਾਨੂੰ ਗੈਦਰ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਤੁਸੀਂ ਦੱਸੋਗੇ ਕਿ ਕਿਸ ਲੈਂਗੁਏਜ ਵਿੱਚ ਤੁਹਾਨੂੰ ਸਰਵਿਸ ਚਾਹੀਦੀ ਹੈਗੀ ਹੈ, ਇੰਗਲਿਸ਼ ਔਰ ਫਰੈਂਚ। ਅਗਰ ਤੁਹਾਡੀ ਕੋਈ ਸਪੈਸ਼ਲ ਨੀਡਸ ਨੇ, ਫੋਰ ਐਗਜ਼ਾਮਪਲ ਤੁਹਾਨੂੰ ਇੰਟਰਪ੍ਰੇਟਰ ਚਾਹੀਦਾ, ਤੁਹਾਨੂੰ ਅਗਰ ਤੁਸੀਂ ਬੋਲ ਨਹੀਂ ਸਕਦੇ, ਕੋਈ ਸਾਈਨ ਲੈਂਗੁਏਜ ਤੁਹਾਨੂੰ ਪਤਾ ਹੈ ਤਾਂ ਤੁਸੀਂ ਇਸ ਦੇ ਵਿੱਚ ਇੰਡੀਕੇਟ ਕਰੋਗੇ ਔਰ ਦੱਸੋਗੇ ਕਿ ਤੁਹਾਨੂੰ ਉਹ ਕਿਉਂ ਚਾਹੀਦੀ। ਅਗਰ ਤੁਸੀਂ ਹੀਅਰਿੰਗ ਇੰਪੇਅਰਡ ਹੋ, ਤੁਹਾਨੂੰ ਦੇਖ ਨਹੀਂ ਸਕਦੇ, ਵੀਲ ਚੇਅਰ ਦੇ ਉੱਪਰ ਹੋ ਜਾਂ ਕੋਈ ਵੀ ਹੋਰ ਚੀਜ਼ ਹੈ, ਤੁਸੀਂ ਉਹ ਇੱਥੇ ਇੰਡੀਕੇਟ ਕਰੋਗੇ, ਜੋ ਕਿ ਬੇਸਿਕ ਇਨਫੋਰਮੇਸ਼ਨ ਹੈ। ਇਸ ਦੇ ਨਾਲ ਹੀ ਇਹ ਫਾਰਮ ਸਟਾਰਟ ਹੁੰਦਾ ਹੈ। ਹੁਣ ਸਭ ਤੋਂ ਇੰਪੋਰਟੈਂਟ ਤੁਹਾਡਾ UCI ਨੰਬਰ ਜੋ ਤੁਸੀਂ ਇੱਥੇ ਭਰਨਾ ਹੈ, ਫਿਰ ਤੁਹਾਡਾ ਫੁੱਲ ਨੇਮ, ਫੈਮਿਲੀ ਨੇਮ ਔਰ ਤੁਹਾਡਾ ਫਸਟ ਐਂਡ ਮਿਡਲ ਨੇਮ ਜੋ ਇੱਥੇ ਆਏਗਾ। ਔਰ ਹੈਵ ਯੂ ਚੇਂਜ ਯੂਰ ਨੇਮ ਸਿੰਸ ਬਿਕਮਿੰਗ PR। ਅਗਰ ਕਿਸੇ ਦੀ ਮੈਰਿਜ ਜਾਂ ਕੁਛ ਵੀ ਉਸ ਤੋਂ ਪਹਿਲਾਂ ਜਾਂ ਉਹਨਾਂ ਨੇ ਬਾਅਦ ਵਿੱਚ ਆਪਣਾ ਨੇਮ ਚੇਂਜ ਕੀਤਾ ਹੈ ਤਾਂ ਤੁਸੀਂ ਇੱਥੇ ਇੰਡੀਕੇਟ ਕਰੋਗੇ ਯੈਸ ਔਰ ਨੋ ਦੇ ਵਿੱਚ, ਔਰ ਤੁਸੀਂ ਆਪਣੀ ਪੁਰਾਣਾ ਜੋ ਨਵਾਂ ਨਾਮ ਹੈ, ਲੀਗਲ ਨਾਮ ਹੈਗਾ, ਉਹ ਇੱਥੇ ਪਾਓਗੇ। ਹੁਣ ਇੱਥੇ ਤੁਸੀਂ ਆਪਣਾ ਜੈਂਡਰ ਦੱਸੋਗੇ, ਫੀਮੇਲ, ਮੇਲ, ਐਨਦਰ, ਔਰ ਤੁਹਾਡੀ ਹਾਈਟ ਇੱਥੇ ਸੈਂਟੀਮੀਟਰ ਵਿੱਚ ਵੀ ਦੇ ਸਕਦੇ ਹੋ ਜਾਂ ਫੀਟ ਔਰ ਇੰਚਸ ਦੇ ਵਿੱਚ ਵੀ ਦੇ ਸਕਦੇ ਹੋ, ਅਤੇ ਆਪਣਾ ਨੈਚੁਰਲ ਆਈ ਕਲਰ, ਇੱਥੇ ਤੁਹਾਡੀ ਡੇਟ ਆਫ ਬਰਥ, ਔਰ ਇੱਥੇ ਪਲੇਸ ਆਫ ਬਰਥ, ਸਿਟੀ ਔਰ ਟਾਊਨ ਔਰ ਕੰਟਰੀ। ਸਿਟੀ ਔਰ ਟਾਊਨ, ਇੱਥੇ ਸਟੇਟ ਦੀ ਗੱਲ ਨਹੀਂ ਹੋ ਰਹੀ ਹੈਗੀ, ਇੱਥੇ ਸਿਟੀ। ਅਗਰ ਤੁਹਾਡਾ ਬਰਥ ਪਿੰਡ ਦੇ ਵਿੱਚ ਹੋਇਆ ਤਾਂ ਤੁਸੀਂ ਪਿੰਡ ਦਾ ਨਾਮ ਇੱਥੇ ਲਿਖੋਗੇ, ਔਰ ਇੱਥੇ ਕੰਟਰੀ। ਹੈਵ ਯੂ ਐਵਰ ਯੂਜ਼ਡ ਐਨੀ ਅਦਰ ਨੇਮ। ਅਗਰ ਤੁਸੀਂ ਕਿਸੇ ਹੋਰ ਨਾਮ ਨਾਲ ਜਾਂਦੇ ਹੋ, ਤੁਹਾਡਾ ਨਿਕ ਨੇਮ ਹੈ ਜਿਹੜਾ ਤੁਸੀਂ ਕਈ ਵਾਰ ਲਿਖ ਦਿੰਦੇ ਹੋ ਹੋਰ ਜਗ੍ਹਾ ਦੇ ਉੱਪਰ, ਹੈ ਨਾ, ਤਾਂ ਤੁਸੀਂ ਉਹ ਨਾਮ ਵੀ ਇੱਥੇ ਇੰਡੀਕੇਟ ਕਰੋਗੇ ਕਿ ਤੁਸੀਂ ਵਾਈ ਵਾਜ਼ ਦਿਸ ਨੇਮ ਯੂਜ਼ਡ। ਤੁਹਾਡਾ ਜਨਮ ਤੋਂ ਇਹ ਨਾਮ ਤੁਸੀਂ ਯੂਜ਼ ਕਰ ਰਹੇ ਹੈਗੇ ਹੋ, ਮੈਰਿਜ ਤੋਂ ਬਾਅਦ, ਜਾਂ ਤੁਸੀਂ ਕਿਸੇ ਵੀ ਅਗਰ ਪੇਪਰ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ 'ਤੇ ਤੁਸੀਂ ਸਾਈਨ ਕਰਨ ਵੇਲੇ ਅਗਰ ਤੁਸੀਂ ਉਹ ਨਾਮ ਯੂਜ਼ ਕੀਤਾ ਹੋਇਆ ਹੈ ਤਾਂ ਤੁਸੀਂ ਉਹ ਨਾਮ ਇੱਥੇ ਇੰਡੀਕੇਟ ਕਰੋਗੇ, ਚਾਹੇ ਉਹ ਤੁਹਾਡਾ ਲੀਗਲ ਨਾਮ ਨਹੀਂ ਸੀ। ਅਤੇ ਇੱਥੇ ਤੁਸੀਂ ਆਪਣਾ ਮੈਰਿਟਲ ਸਟੇਟਸ ਦੱਸੋਗੇ, ਔਰ ਹੁਣ ਤੁਸੀਂ ਆਪਣਾ ਐਡਰੈਸ, ਇਹ ਸਾਰਾ ਐਡਰੈਸ, ਅਗਰ ਤੁਹਾਡਾ ਮੇਲਿੰਗ ਐਡਰੈਸ ਔਰ ਹੋਮ ਐਡਰੈਸ ਸੇਮ ਹੈ ਤਾਂ ਤੁਸੀਂ ਇੱਥੇ ਯੈਸ ਕਰੋਗੇ, ਫਿਰ ਇਹ ਇਨਫੋਰਮੇਸ਼ਨ ਤੁਹਾਨੂੰ ਦੁਬਾਰਾ ਪੜ੍ਹਨ ਦੀ ਲੋੜ ਨਹੀਂ ਹੈ। ਇੱਥੇ ਫ਼ੋਨ ਨੰਬਰ ਦੀਆਂ 2 ਆਪਸ਼ਨਸ ਨੇ, ਤੁਸੀਂ ਆਪਣਾ ਦੇ ਸਕਦੇ ਹੋ ਜਾਂ ਆਪਣੇ ਕਿਸੇ ਨਜ਼ਦੀਕੀ ਬੰਦੇ ਦਾ ਦੇ ਸਕਦੇ ਹੋ ਸੈਕੰਡ ਆਲਟਰਨੇਟਿਵ ਫ਼ੋਨ ਨੰਬਰ ਦੇ ਵਿੱਚ, ਔਰ ਇੱਥੇ ਤੁਸੀਂ ਆਪਣਾ ਸਭ ਤੋਂ ਜੋ ਤੁਸੀਂ ਡੇਲੀ ਦੇ ਵਿੱਚ ਯੂਜ਼ ਕਰਦੇ ਹੋ ਈਮੇਲ ਉਹ ਦਿਓਗੇ।
ਅਗਰ ਕੋਈ ਤੁਹਾਨੂੰ ਇਹ ਸਾਰੀ ਐਪਲੀਕੇਸ਼ਨ ਫਿਲ ਕਰਨ ਦੇ ਵਿੱਚ ਹੈਲਪ ਕਰ ਰਿਹਾ ਹੈ ਤਾਂ ਤੁਸੀਂ ਇੱਥੇ ਦੱਸੋਗੇ ਯੈਸ ਔਰ ਨੋ। ਅਗਰ ਤੁਹਾਡਾ ਕੋਈ ਹਸਬੈਂਡ ਜਾਂ ਵਾਈਫ ਜਾਂ ਬ੍ਰਦਰ ਸਿਸਟਰ ਜਾਂ ਤੁਸੀਂ ਆਪਣੇ ਕਿਸੇ ਹੋਰ ਕੋਈ ਫਰੈਂਡ ਜਾਂ ਕੋਈ ਵੀ ਤੁਹਾਡੀ ਹੈਲਪ ਕਰ ਰਿਹਾ ਤਾਂ ਤੁਸੀਂ ਇੱਥੇ ਇੰਡੀਕੇਟ ਕਰੋਗੇ, ਤੁਸੀਂ ਉਹਨਾਂ ਦਾ ਨਾਮ ਦੱਸੋਗੇ। ਅਗਰ ਤੁਸੀਂ ਰਿਪਰੈਜ਼ੈਂਟੇਟਿਵ ਯੂਜ਼ ਕਰ ਰਹੇ ਹੈਗੇ ਹੋ ਤਾਂ ਤੁਸੀਂ ਉਹ ਰਿਪਰੈਜ਼ੈਂਟੇਟਿਵ ਦਾ ਫਾਰਮ ਵੀ ਯੂਜ਼ ਕਰਨਾ ਔਰ ਇੱਥੇ ਤੁਸੀਂ ਦੱਸਣਾ ਕਿ ਅਗਰ ਤੁਸੀਂ ਕਿਸੇ ਰਿਪਰੈਜ਼ੈਂਟੇਟਿਵ ਨੂੰ ਯੂਜ਼ ਕੀਤਾ ਹੈ। ਪਰ ਅਗਰ ਤੁਸੀਂ ਕਿਸੇ ਫਰੈਂਡ ਫੈਮਿਲੀ ਜਾਂ ਕੋਈ ਕਿਸੇ ਹੋਰ ਦੀ ਹੈਲਪ ਲਈ ਹੈਗੇ ਉਹਨੂੰ ਤੁਸੀਂ ਇੱਥੇ ਇੰਡੀਕੇਟ ਕਰੋਗੇ। ਉਸ ਤੋਂ ਬਾਅਦ ਆਉਂਦਾ ਹੈਗਾ ਹੈ ਕਿ ਤੁਸੀਂ ਆਪਣੇ ਔਨਲਾਈਨ ਪ੍ਰੈਜ਼ੈਂਸ ਵਾਸਤੇ ਕਿਹੜਾ ਤੁਸੀਂ ਔਨਲਾਈਨ ਪ੍ਰੈਜ਼ੈਂਸ ਕੈਲਕੂਲੇਟਰ ਯੂਜ਼ ਕੀਤਾ ਹੈ ਜਾਂ ਤੁਸੀਂ ਇਹ ਫਾਰਮ ਯੂਜ਼ ਕੀਤਾ ਹੈ। ਤੁਸੀਂ ਦੋਨਾਂ, ਕਿਉਂਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਫਾਰਮ ਕਿਵੇਂ ਭਰਨਾ ਹੈਗਾ, ਔਨਲਾਈਨ ਪ੍ਰੈਜ਼ੈਂਸ ਕੈਲਕੂਲੇਟਰ ਬਾਰੇ ਵੀ ਦੱਸਾਂਗੇ ਅਤੇ ਤੁਸੀਂ ਇਹ ਫਾਰਮ ਦੇ ਵਿੱਚ ਉਹ ਇੰਡੀਕੇਟ ਕਰਨਾ। ਜੋ ਤੁਸੀਂ ਔਨਲਾਈਨ ਅਪਲਾਈ ਕਰਦੇ ਹੋ ਉੱਥੇ ਵੀ ਤੁਹਾਨੂੰ ਸਿਮਿਲਰ ਇਨਫੋਰਮੇਸ਼ਨ ਹੀ ਦੇਣੀ ਪੈਂਦੀ ਹੈ। ਇੱਥੇ ਤੁਹਾਡਾ 5 ਈਅਰ ਐਲੀਜੀਬਿਲਿਟੀ ਪੀਰੀਅਡ ਹੈਗਾ, ਯਾਨੀ ਕਿ ਇਹ ਤਾਂ ਹੋ ਗਈ ਪ੍ਰੈਜ਼ੈਂਟ ਡੇਟ, ਅੱਜ ਦੀ ਡੇਟ, ਔਰ ਇਹ ਤੁਸੀਂ ਉਸ ਤੋਂ 5 ਸਾਲ ਪਹਿਲਾਂ ਦਾ ਕੈਲਕੂਲੇਟ ਕਰ ਲਓਗੇ। 5 ਸਾਲ ਪਹਿਲਾਂ ਕਿੰਨੀ ਡੇਟ ਸੀਗੀ ਤਾਂ ਤੁਸੀਂ ਇਹ ਤੁਹਾਡਾ ਐਲੀਜੀਬਿਲਿਟੀ ਪੀਰੀਅਡ ਹੋਗਾ, 5 ਈਅਰ ਐਲੀਜੀਬਿਲਿਟੀ ਪੀਰੀਅਡ। ਬੇਸਿਕਲੀ ਤੁਹਾਨੂੰ ਸਿਟੀਜ਼ਨਸ਼ਿਪ ਦੇ ਵਿੱਚ ਇਹ ਪੁਰਾਣੇ 5 ਸਾਲਾਂ ਦਾ ਸਾਰਾ ਆਪਣਾ ਦੱਸਣਾ ਪਏਗਾ। ਇਹ ਡਿਊਰਿੰਗ ਯੂਰ 5 ਈਅਰ ਡਿਡ ਯੂ ਲਿਵ ਆਊਟਸਾਈਡ ਆਫ ਕੈਨੇਡਾ ਐਂਡ ਸਰਵਡ ਐਟ ਅ ਕਰਾਊਨ ਸਰਵੈਂਟ, ਤੁਸੀਂ ਦੱਸ ਦੋਗੇ। ਅਗਰ ਤੁਸੀਂ ਜਾਂ ਤੁਹਾਡੇ ਕਿਸੇ ਫੈਮਿਲੀ ਮੈਂਬਰ ਨੇ UK ਦੇ ਵਿੱਚ ਕੰਮ ਕੀਤਾ ਹੈ ਐਜ਼ ਅ ਕਰਾਊਨ ਸਰਵੈਂਟ, ਤੁਸੀਂ ਉਹਦੀ ਇਨਫੋਰਮੇਸ਼ਨ ਇੱਥੇ ਦੋਗੇ। ਔਰ ਇੱਥੇ ਹੈ ਤੁਹਾਡੇ ਸਾਰੇ ਪਿਛਲੇ 5 ਸਾਲਾਂ ਦੇ ਵਿੱਚ ਤੁਸੀਂ ਕਿੱਥੇ ਕਿੱਥੇ ਜਗ੍ਹਾ 'ਤੇ ਰਹੇ ਹੈਗੇ ਹੋ, ਤੁਹਾਨੂੰ ਉਹ ਸਾਰੇ ਐਡਰੈਸਿਸ ਦੇਣੇ ਪੈਣਗੇ। ਔਰ ਇਹ ਤੁਸੀਂ ਪ੍ਰੈਜ਼ੈਂਟ ਤੋਂ ਸਟਾਰਟ ਕਰੋਗੇ, ਅੱਜ ਦੇ ਟਾਈਮ ਤੁਸੀਂ ਜਿਸ ਜਗ੍ਹਾ 'ਤੇ ਰਹਿ ਰਹੇ ਹੈਗੇ ਹੋ, ਕਿੰਨੇ ਟਾਈਮ ਤੋਂ ਉੱਥੇ ਰਹਿ ਰਹੇ ਹੈਗੇ ਹੋ, ਉਸ ਤੋਂ ਇੰਡੀਕੇਟ ਕਰੋਗੇ। ਔਰ ਇੱਥੇ ਪਲੱਸ ਔਰ ਮਾਈਨਸ ਦਾ ਸਾਈਨ ਹੈ, ਤੁਸੀਂ ਪਲੱਸ ਦੇ ਵਿੱਚ ਹੋਰ ਐਡ ਕਰਦੇ ਜਾਓਗੇ ਕਿ ਤੁਸੀਂ ਤੁਹਾਨੂੰ ਅਗਰ ਹੋਰ ਫਾਰਮ ਚਾਹੀਦਾ ਹੈ, ਅਗਰ ਤੁਹਾਨੂੰ ਨਹੀਂ ਚਾਹੀਦਾ ਤਾਂ ਤੁਸੀਂ ਇਸ ਨੂੰ ਘਟਾਉਂਦੇ ਜਾਓਗੇ। In the past 4 years, ਇਹ ਸਭ ਤੋਂ ਇੰਪੋਰਟੈਂਟ ਕੁਐਸਚਨ ਹੈ। In the past 4 years, were you in a country or territory other than Canada for 183 days or more? ਅਗਰ ਤੁਸੀਂ 183 ਡੇਜ਼ ਜਾਂ ਉਸ ਤੋਂ ਜ਼ਿਆਦਾ ਸਿੰਸ ਦੀ ਏਜ ਆਫ 18 ਤੁਸੀਂ ਰਹੇ ਹੋ ਤਾਂ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇਣਾ ਪਏਗਾ। ਹੁਣ ਅਗਰ ਤੁਸੀਂ ਇਸ ਝੰਜਟ ਦੇ ਵਿੱਚ ਨਹੀਂ ਪੈਣਾ ਚਾਹੁੰਦੇ, ਜਿਵੇਂ ਕਿ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਿਆ ਜਾਏਗਾ, ਤਾਂ ਤੁਸੀਂ ਕਿਵੇਂ ਇਸ ਤੋਂ ਬਚ ਸਕਦੇ ਹੋ। ਤੁਹਾਨੂੰ ਤੁਸੀਂ ਥੋੜ੍ਹੀ ਵੇਟ ਕਰਕੇ ਕਿਸ ਤਰੀਕੇ ਨਾਲ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਲਗਾ ਸਕਦੇ ਹੋ ਕਿ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਾ ਪਵੇ। ਇਸ ਤੋਂ ਬਾਅਦ ਹੈ ਤੁਹਾਡਾ 5 ਈਅਰ ਐਲੀਜੀਬਿਲਿਟੀ ਦੇ ਵਿੱਚ ਤੁਸੀਂ ਆਪਣੇ ਸਾਰੇ ਕੰਮ ਦੀ ਹਿਸਟਰੀ ਦੱਸਣੀ ਹੈਗੀ। ਤੁਸੀਂ ਪਹਿਲਾਂ ਕਿੱਥੇ ਕੰਮ ਕਰਦੇ ਰਹੇ ਹੋ ਪਿਛਲੇ 5 ਸਾਲਾਂ ਦਾ, ਸਟਾਰਟਿੰਗ ਫਰੋਮ ਪ੍ਰੈਜ਼ੈਂਟ, ਤੁਸੀਂ ਅੱਜ ਦੇ ਟਾਈਮ ਤੋਂ ਪਿਛਲੇ 5 ਸਾਲਾਂ ਤੱਕ ਕਿੱਥੇ ਕਿੱਥੇ ਕੰਮ ਕਰਦੇ। ਇੱਥੇ ਤੁਸੀਂ ਪਲੱਸ ਦਾ ਸਾਈਨ ਹੈ, ਤੁਸੀਂ ਜਿੰਨਾ ਮਰਜ਼ੀ ਇੱਥੇ ਐਡ ਕਰਦੇ ਜਾ ਸਕਦੇ ਹੋ, ਪਰ ਆਪਣੇ ਪਿਛਲੇ 5 ਸਾਲਾਂ ਦੀ ਸਾਰੀ ਇਨਫੋਰਮੇਸ਼ਨ ਇੱਥੇ ਦੇਣੀ ਹੈ। ਹੁਣ ਤੁਸੀਂ ਆਪਣਾ ਇੱਥੇ ਸੋਸ਼ਲ ਇੰਸ਼ੋਰੈਂਸ ਨੰਬਰ ਦੋਗੇ। ਆਫਕੋਰਸ ਜੇ ਤੁਸੀਂ ਕੈਨੇਡਾ 'ਚ ਰਹਿ ਰਹੇ ਹੋ ਤਾਂ ਤੁਸੀਂ ਟੈਕਸ ਭਰ ਰਹੇ ਹੋ ਜਾਂ ਨਹੀਂ ਭਰ ਰਹੇ, ਤੁਸੀਂ ਉਸ ਦੇ ਅਕੋਰਡਿੰਗ ਆਪਣਾ ਤੁਹਾਨੂੰ ਦੇਣਾ ਪਏਗਾ ਕਿ ਤੁਹਾਡੇ ਕੋਲ ਕਿਹੜਾ ਨੰਬਰ ਹੈ। ਇੱਥੇ ਤੁਸੀਂ ਆਪਣਾ ਨੰਬਰ ਦੋਗੇ। ਹੁਣ ਇਹ ਇਨਫੋਰਮੇਸ਼ਨ ਬਹੁਤ ਇੰਪੋਰਟੈਂਟ ਹੈ ਕਿਉਂਕਿ ਤੁਹਾਡਾ ਪਿਛਲੇ 5 ਸਾਲਾਂ ਦੇ ਵਿੱਚੋਂ ਐਟਲੀਸਟ 3 ਸਾਲ ਦਾ ਟੈਕਸ ਭਰਿਆ ਹੋਣਾ ਚਾਹੀਦਾ ਜਦੋਂ ਤੁਸੀਂ ਆਪਣੀ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕਰਦੇ ਹੋ। ਅਤੇ ਇੱਥੇ ਤੁਸੀਂ ਸਾਰੇ ਇੰਡੀਕੇਟ ਕਰੋਗੇ ਪਿਛਲੇ 5 ਸਾਲ ਕਿ ਉਹਨਾਂ ਦੇ ਵਿੱਚੋਂ ਤੁਸੀਂ ਰਿਕੁਆਇਰਡ ਟੂ ਫਾਈਲ ਸੀਗੇ ਅਤੇ ਤੁਸੀਂ ਫਿਲ ਕੀਤਾ ਹੈ ਜਾਂ ਨਹੀਂ। ਫੋਰ ਐਗਜ਼ਾਮਪਲ ਜਿਹੜੇ ਸਭ ਤੋਂ ਪੁਰਾਣੇ ਆ 2 ਸਾਲ ਜੋ ਤੁਸੀਂ ਅਗਰ ਕੈਨੇਡਾ ਦੇ ਵਿੱਚ ਨਹੀਂ ਸੀ, ਤੁਸੀਂ ਕਿਸੇ ਹੋਰ ਜਗ੍ਹਾ 'ਤੇ ਯੂ ਆਰ ਰਿਕੁਆਇਰਡ ਟੂ ਫਾਈਲ, ਨੋ ਯੂ ਆਰ ਨਾਟ ਰਿਕੁਆਇਰਡ ਟੂ ਫਾਈਲ ਟੈਕਸਿਸ ਇਨ ਕੈਨੇਡਾ। ਅਤੇ ਆਫਕੋਰਸ ਇੱਥੇ ਵੀ ਤੁਹਾਡਾ ਆਨਸਰ ਨੋ ਆਏਗਾ, ਪਰ ਇਹ ਸਾਰੇ ਜੋ 3 ਸਾਲ ਨੇ ਐਟਲੀਸਟ ਤੁਸੀਂ ਟੈਕਸ ਭਰਿਆ ਹੋਣਾ ਚਾਹੀਦਾ, ਫਿਰ ਹੀ ਤੁਸੀਂ ਐਲੀਜੀਬਲ ਹੋ ਸਕਦੇ ਹੋ। ਇੱਥੇ ਤੁਸੀਂ ਆਥੋਰਾਈਜ਼ ਕਰਦੇ IRCC ਨੂੰ ਟੂ ਐਗਜ਼ਾਮਿਨ ਮਾਈ ਟੈਕਸ ਇਨਫੋਰਮੇਸ਼ਨ। ਬੇਸਿਕਲੀ ਇਹ IRCC ਸਿੱਧਾ ਟੈਕਸ CRA ਨਾਲ ਕੰਟੈਕਟ ਕਰੇਗਾ ਔਰ ਦੇਖੇਗਾ ਕਿ ਤੁਸੀਂ ਜੋ ਸਾਰੀ ਇਨਫੋਰਮੇਸ਼ਨ ਦਿੱਤੀ ਉਹ ਸੱਚ ਹੈ ਜਾਂ ਨਹੀਂ, ਔਰ ਇਹ ਤੁਹਾਨੂੰ ਯੈਸ ਕਰਨਾ ਹੀ ਪਏਗਾ ਕਿਉਂਕਿ ਅਦਰਵਾਈਜ਼ ਤੁਹਾਡੀ ਐਪਲੀਕੇਸ਼ਨ ਐਕਸੈਪਟ ਨਹੀਂ ਹੋਏਗੀ। ਡੂ ਯੂ ਕਰੰਟਲੀ ਔਰ ਹੈਵ ਯੂ ਐਵਰ ਹੈਲਡ ਇਮੀਗ੍ਰੇਸ਼ਨ ਔਰ ਸਿਟੀਜ਼ਨਸ਼ਿਪ ਸਟੇਟਸ ਇਨ ਅ ਕੰਟਰੀ ਟੈਰੀਟਰੀ? ਆਫਕੋਰਸ ਆਪਾਂ ਸਾਰੇ ਸਿਟੀਜ਼ਨਸ਼ਿਪ ਲਈ ਇਸ ਲਈ ਅਪਲਾਈ ਕਰ ਰਹੇ ਹਾਂ ਕਿਉਂਕਿ ਪਹਿਲਾਂ ਆਪਾਂ ਕਿਸੇ ਹੋਰ ਜਗ੍ਹਾ ਤੋਂ ਆਏ ਹਾਂ, ਤਾਂ ਇਹਦਾ ਆਨਸਰ ਮੋਸਟਲੀ ਯੈਸ ਹੀ ਹੋਏਗਾ। ਔਰ ਇੱਥੇ ਤੁਸੀਂ ਇੰਡੀਕੇਟ ਕਰੋਗੇ ਕਿ ਤੁਸੀਂ ਕਦੋਂ ਤੋਂ ਕਿਸ ਦੇਸ਼ ਦੇ ਵਿੱਚ ਸੀਗੇ। ਬੇਸਿਕਲੀ ਇਹ ਜੋ ਅਗਰ ਤੁਸੀਂ ਬਾਇਆ ਬਰਥ ਤੁਸੀਂ ਇੰਡੀਆ ਦੇ ਵਿੱਚ ਸੀਗੇ, ਬਾਇਆ ਬਰਥ ਤੁਸੀਂ ਇੰਡੀਆ ਵਿੱਚ ਬੋਰਨ ਹੈਗੇ, ਤਾਂ ਤੁਸੀਂ ਆਪਦੀ ਬਰਥ ਡੇਟ ਇੱਥੇ ਇੰਡੀਕੇਟ ਕਰੋਗੇ। ਐਂਡ ਡੇਟ ਨਹੀਂ ਹੋਏਗੀ ਕਿਉਂਕਿ ਅਜੇ ਵੀ ਤੁਸੀਂ ਕਦੋਂ ਤੱਕ ਵੀ ਉੱਥੋਂ ਦੇ ਸਿਟੀਜ਼ਨ ਹੋ, ਪਰ ਜਦੋਂ ਤੱਕ ਤੁਸੀਂ ਕੈਨੇਡੀਅਨ ਸਿਟੀਜ਼ਨ ਨਹੀਂ ਬਣ ਸਕਦੇ ਉਦੋਂ ਤੱਕ ਤੁਹਾਨੂੰ, ਕਿਉਂਕਿ ਉਹ ਤੁਹਾਨੂੰ ਡੇਟ ਨਹੀਂ ਪਤਾ, ਤਾਂ ਇੱਥੇ ਤੁਸੀਂ ਕੁਛ ਵੀ ਇੰਡੀਕੇਟ ਨਹੀਂ ਕਰੋਗੇ। ਇੱਥੇ ਤੁਸੀਂ ਆਪਦੀ ਬਰਥ ਡੇਟ ਇੰਡੀਕੇਟ ਕਰੋਗੇ, ਤੁਸੀਂ ਬਾਇਆ ਬਰਥ ਸੀਗੇ।
ਹੈਵ ਯੂ ਹੈਲਡ ਟਰੈਵਲ ਡਾਕੂਮੈਂਟ? ਆਫ ਕੋਰਸ ਆਪਾਂ ਟਰੈਵਲ ਡਾਕੂਮੈਂਟ 'ਤੇ ਹੀ ਕੈਨੇਡਾ ਆਏ ਹਾਂ, ਤਾਂ ਤੁਸੀਂ ਇੱਥੇ ਯੈਸ ਕਰੋਗੇ। ਔਰ ਹੁਣ ਤੱਕ ਤੁਹਾਡੇ ਜਿੰਨੇ ਵੀ ਪਾਸਪੋਰਟ ਰਹੇ ਨੇ ਤੁਸੀਂ ਉਹਦੀ ਸਾਰੀ ਇਨਫੋਰਮੇਸ਼ਨ ਦਿਓਗੇ। ਇੱਥੇ ਤੁਸੀਂ ਪਲੱਸ ਤੋਂ ਹੋਰ ਐਡ ਕਰਦੇ ਜਾ ਰਹੇ ਹੋ। ਜਦੋਂ ਤੁਸੀਂ ਔਨਲਾਈਨ ਐਪਲੀਕੇਸ਼ਨ ਅਪਲਾਈ ਕਰਦੇ ਹੋ ਉਹਦੇ ਵਿੱਚ ਵੀ ਤੁਹਾਨੂੰ ਐਗਜ਼ੈਕਟ ਸੇਮ ਇਨਫੋਰਮੇਸ਼ਨ ਦੇਣੀ ਪੈਂਦੀ ਹੈ। ਹੁਣ ਤੁਸੀਂ ਆਪਣਾ ਲੈਂਗੁਏਜ ਦਾ ਐਵੀਡੈਂਸ ਦਿਓਗੇ। ਅਗਰ ਤੁਹਾਡੀ ਏਜ 18 to 54 ਦੇ ਵਿੱਚ ਹੈ ਤਾਂ ਤੁਹਾਨੂੰ ਇੰਗਲਿਸ਼ ਜਾਂ ਫਰੈਂਚ ਵਿੱਚੋਂ ਕਿਸੇ ਦੇ ਵਿੱਚ ਵੀ ਪ੍ਰੂਵ ਕਰਨਾ ਹੋਏਗਾ ਆਪਣੀ ਲੈਂਗੁਏਜ ਸਕਿੱਲਸ ਨੂੰ ਕਿ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ। ਤੁਸੀਂ ਇੱਥੇ ਦੱਸੋਗੇ ਕਿ ਤੁਸੀਂ ਹਾਂ ਜਾਂ ਨਾ। ਅਗਰ ਹਾਂ ਹੈ ਤਾਂ ਤੁਸੀਂ ਕੀ ਪ੍ਰੂਫ ਦੇ ਰਹੇ ਹੈਗੇ ਹੋ, ਕਿਹੜਾ ਪ੍ਰੂਫ ਤੁਸੀਂ ਸਬਮਿਟ ਕਰ ਰਹੇ ਹੈਗੇ ਹੋ। ਫੋਰ ਐਗਜ਼ਾਮਪਲ ਜਿਵੇਂ ਕਿ ਤੁਹਾਨੂੰ ਵੀਡੀਓ ਵਿੱਚ ਅੱਗੇ ਦੱਸਿਆ ਜਾਏਗਾ ਤੁਸੀਂ ਕਿਹੜੇ ਕਿਹੜੇ ਪ੍ਰੂਫ ਲਗਾ ਸਕਦੇ ਹੈਗੇ ਹੋ। ਤੁਸੀਂ ਆਇਲਸ ਦਾ ਐਗਜ਼ਾਮ ਲਗਾ ਸਕਦੇ ਹੋ। ਤੁਸੀਂ ਆਇਲਸ ਦਾ ਐਗਜ਼ਾਮ ਕਿੰਨਾ ਪੁਰਾਣਾ ਹੋ ਸਕਦਾ ਇਹਦੇ ਬਾਰੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲੇਗੀ। ਅਗਰ ਤੁਸੀਂ CLB ਲਗਾ ਰਹੇ ਹੈਗੇ ਹੋ ਤਾਂ ਤੁਸੀਂ ਕੈਨੇਡੀਅਨ ਲੈਂਗੁਏਜ ਬੈਂਚਮਾਰਕ, ਤਾਂ ਉਹਦਾ ਲੈਵਲ 4 ਜਾਂ 4 ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਤੁਸੀਂ ਉਹ ਇੱਥੇ ਇੰਡੀਕੇਟ ਕਰੋਗੇ। ਆਰ ਯੂ ਅਨਏਬਲ ਟੂ ਪ੍ਰੋਵਾਈਡ ਐਨੀ ਪ੍ਰੂਫ ਡਿਊ ਟੂ ਸਮ ਡਿਸੇਬਿਲਿਟੀ, ਜਾਂ ਤੁਹਾਡੀ ਹੀਅਰਿੰਗ ਇੰਪੇਅਰਡ ਹੋ, ਕੋਗਨੀਟਿਵ, ਸਾਈਕੋਲੋਜੀਕਲ ਔਰ ਸਾਈਕੈਟ੍ਰਿਕ ਪ੍ਰੋਬਲਮ ਹੈ ਤਾਂ ਤੁਸੀਂ ਇਹ ਇੰਡੀਕੇਟ ਕਰੋਗੇ ਔਰ ਤੁਹਾਨੂੰ ਇਸਦਾ ਪ੍ਰੂਫ ਵੀ ਦੇਣਾ ਪਏਗਾ। ਤੁਹਾਨੂੰ ਡਾਕਟਰ ਤੋਂ ਨੋਟ ਲੈਣਾ ਪਏਗਾ। ਹੁਣ ਨੈਕਸਟ ਹੈ ਬਹੁਤ ਇੰਪੋਰਟੈਂਟ ਸੈਕਸ਼ਨ, ਪ੍ਰੋਹਿਬਿਸ਼ਨਸ। ਇਹਦੇ ਵਿੱਚ ਤੁਸੀਂ ਆਪਣਾ ਸਾਰਾ ਸੱਚ ਦੱਸਣਾ ਹੈਗਾ ਕਿ ਤੁਸੀਂ ਹੁਣ ਤੱਕ ਅਗਰ ਤੁਹਾਡੇ ਤੋਂ ਤੁਹਾਨੂੰ ਕੋਈ ਰਿਮੂਵਲ ਆਰਡਰ ਮਿਲਿਆ ਹੈ, ਅਗਰ ਤੁਸੀਂ ਕਿਸੇ ਟਰਾਇਲ 'ਤੇ ਹੈਗੇ ਹੋ, ਤੁਹਾਡੀ ਕੋਈ ਇਨਵੈਸਟੀਗੇਸ਼ਨ ਹੋ ਰਹੀ ਹੈਗੀ ਆ, ਪਿਛਲੇ 5 ਸਾਲਾਂ ਦੇ ਵਿੱਚ ਤੁਹਾਨੂੰ ਕਿਸੇ ਚੀਜ਼ ਲਈ ਪ੍ਰੋਹਿਬਿਟ ਕੀਤਾ ਗਿਆ ਹੈਗਾ, ਤਾਂ ਤੁਸੀਂ ਉਹ ਸਾਰਾ ਇੱਥੇ ਯੈਸ ਔਰ ਨੋ ਦੇ ਵਿੱਚ ਇੰਡੀਕੇਟ ਕਰੋਗੇ। ਔਰ ਅਗਰ ਤੁਸੀਂ ਕਿਸੇ ਵੀ ਕੁਐਸਚਨ ਦਾ ਆਨਸਰ ਯੈਸ ਦਿੱਤਾ ਹੈ ਤਾਂ ਤੁਸੀਂ ਉਸ ਦੇ ਵਿੱਚ ਐਕਸਪਲੇਨ ਕਰੋਗੇ, ਕਿਉਂਕਿ ਤੁਹਾਡਾ ਇੰਟਰਵਿਊ ਹੋ ਸਕਦਾ ਉਸ ਕੇਸ ਦੇ ਵਿੱਚ। ਹੁਣ ਸਿਟੀਜ਼ਨਸ਼ਿਪ ਸਰਟੀਫਿਕੇਟ ਟਾਈਪ, ਹੁਣ ਉਹ ਔਨਲਾਈਨ ਔਰ ਪੇਪਰ ਸ਼ੁਰੂ ਤੋਂ ਮਿਲ ਰਿਹਾ ਸੀ, ਪਰ ਹੁਣ ਇਲੈਕਟ੍ਰੋਨਿਕ ਆਪਸ਼ਨ ਚੂਜ਼ ਕਰਨ ਦੀ ਵੀ ਆਪਸ਼ਨ ਹੈ ਕਿ ਤੁਸੀਂ ਇਲੈਕਟ੍ਰੋਨਿਕ ਵੀ ਆਪਣਾ ਸਿਟੀਜ਼ਨਸ਼ਿਪ ਸਰਟੀਫਿਕੇਟ ਲੈ ਸਕਦੇ ਹੋ। ਤਾਂ ਬੇਸਿਕਲੀ ਇਹ ਜੋ ਇਲੈਕਟ੍ਰੋਨਿਕਲ ਹੈ ਤਾਂ ਇਹ ਤੁਹਾਨੂੰ ਥੋੜ੍ਹਾ ਜਲਦੀ ਮਿਲ ਜਾਏਗਾ। ਇਹ ਹੈ ਕੰਗ੍ਰੈਚੁਲੇਟਰੀ ਲੈਟਰ। ਅਗਰ ਤੁਹਾਨੂੰ ਆਪਣੇ MP ਤੋਂ ਕੰਗ੍ਰੈਚੁਲੇਟਰੀ ਲੈਟਰ ਚਾਹੀਦਾ ਹੈ, ਤੁਸੀਂ ਉਹਨਾਂ ਦੇ ਨਾਲ ਜਾ ਕੇ ਫੋਟੋ ਵੀ ਕਰਵਾ ਸਕਦੇ ਹੋ, ਤਾਂ ਅਫਕੋਰਸ ਤੁਹਾਨੂੰ ਇੱਥੇ ਯੈਸ ਕਰਨਾ ਚਾਹੀਦਾ ਅਗਰ ਤੁਸੀਂ ਇਹ ਚੀਜ਼ ਚਾਹੁੰਦੇ ਹੋ। ਔਰ ਇਲੈਕਸ਼ਨਸ ਕੈਨੇਡਾ ਵਾਸਤੇ ਰਿਕੁਐਸਟ ਆਫ ਆਥਰਾਈਜੇਸ਼ਨ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਸਿਟੀਜ਼ਨ ਬਣਦੇ ਹੋ ਅਤੇ ਤੁਹਾਡੀ ਇਨਫੋਰਮੇਸ਼ਨ ਇਲੈਕਸ਼ਨਸ ਕੈਨੇਡਾ ਨੂੰ ਦੇ ਦਿੱਤੀ ਜਾਵੇ ਕਿ ਤੁਸੀਂ ਵੋਟ ਪਾ ਸਕਦੇ ਹੋ, ਤਾਂ ਤੁਸੀਂ ਇੱਥੇ ਇੰਡੀਕੇਟ ਕਰ ਸਕਦੇ ਹੋ ਯੈਸ ਔਰ ਨੋ। ਇਹ ਕਿਊਬੈਕ, ਅਗਰ ਤੁਸੀਂ ਕਿਊਬੈਕ ਦੇ ਵਿੱਚ ਰਹਿਣ ਵਾਲੇ ਹੋ ਤਾਂ ਉਸ ਦੇ ਵਿੱਚ ਉਹਦੀ ਇਨਫੋਰਮੇਸ਼ਨ ਹੈ। ਹੁਣ ਤੁਸੀਂ ਆਪਣੇ ਸਾਈਨ ਕਰਨੇ ਆ, ਤੁਸੀਂ ਆਪਣੇ ਇੱਥੇ ਸਿਗਨੇਚਰ ਇਲੈਕਟ੍ਰੋਨਿਕਲ ਸਾਈਨ ਤਾਂ ਤੁਹਾਨੂੰ ਪਤਾ ਹੀ ਹੈ ਕਿਵੇਂ ਹੁੰਦੇ ਨੇ। ਤੁਸੀਂ ਸਿਰਫ ਆਪਣਾ ਨਾਮ ਪਾਉਂਦੇ ਹੋ ਔਰ ਇੱਥੇ ਕਿਸ ਸ਼ਹਿਰ ਦੇ ਵਿੱਚ ਔਰ ਕਰੰਟ ਡੇਟ, ਜਿਸ ਡੇਟ ਨੂੰ ਤੁਸੀਂ ਸਾਈਨ ਕਰ ਰਹੇ ਹੈਗੇ ਹੋ, ਔਰ ਫਿਰ ਤੁਸੀਂ ਸੇਵ ਕਰਦੇ ਹੋ ਔਰ ਵੈਲੀਡੇਟ ਕਰਦੇ ਹੈਗੇ ਹੋ ਆਪਣਾ ਫਾਰਮ। ਜੇ ਤੁਸੀਂ ਆਪਣੀ ਪੇਪਰ ਐਪਲੀਕੇਸ਼ਨ ਭਰ ਰਹੇ ਹੋ ਤਾਂ ਤੁਸੀਂ ਇੱਥੇ ਵੈਲੀਡੇਟ ਕਰੋਗੇ। ਅਗਰ ਤੁਸੀਂ ਇਲੈਕਟ੍ਰੋਨਿਕਲੀ ਆਪਣੀ ਫਾਈਲ ਸਬਮਿਟ ਕਰ ਰਹੇ ਹੈਗੇ ਹੋ ਤਾਂ ਤੁਹਾਨੂੰ ਇਹ ਆਪਸ਼ਨ ਨਹੀਂ ਮਿਲੇਗੀ, ਤੁਹਾਨੂੰ ਸਿੱਧਾ ਹੀ ਤੁਹਾਡਾ ਜੋ ਸਾਰਾ ਫਾਰਮ ਹੈ ਉਹ ਸੇਵ ਹੋ ਜਾਏਗਾ। ਅਗਰ ਤੁਸੀਂ ਪੇਪਰ ਭੇਜ ਰਹੇ ਹੈਗੇ ਹੋ ਤਾਂ ਤੁਸੀਂ ਇਸ ਨੂੰ ਵੈਲੀਡੇਟ ਕਰੋਗੇ ਔਰ ਫਿਰ ਤੁਸੀਂ ਇਸ ਨੂੰ ਪ੍ਰਿੰਟ ਕਰੋਗੇ। ਨੰਬਰ 2, ਫਾਰਮ CIT 0407। ਡਿਸਕ੍ਰਿਪਸ਼ਨ ਵਿੱਚ ਲਿੰਕ ਦਿੱਤਾ ਹੈ ਜਿਸ ਤੇ ਜਾ ਕੇ ਤੁਸੀਂ ਆਪਣੀ ਫਿਜ਼ੀਕਲ ਪ੍ਰੈਜ਼ੈਂਸ ਕੈਲਕੂਲੇਟ ਕਰੋਗੇ। ਹੁਣ ਮੈਂ ਸਕਰੀਨ ਤੇ ਦਿਖਾਵਾਂਗਾ ਕਿ ਫਾਰਮ CIT 0407 ਨੂੰ ਕਿਵੇਂ ਫਿਲ ਕਰਨਾ ਹੈ ਤੇ ਡਾਊਨਲੋਡ ਕਰਨਾ ਹੈ। ਇਹ ਫਾਰਮ ਹੈ CIT 0407 ਫਿਜ਼ੀਕਲ ਪ੍ਰੈਜ਼ੈਂਸ ਨੂੰ ਕੈਲਕੂਲੇਟ ਕਰਨ ਵਾਸਤੇ। ਇਹਦੇ ਵਿੱਚ ਤੁਸੀਂ ਪਿਛਲੇ 5 ਸਾਲਾਂ ਦੇ ਵਿੱਚ ਬੇਸਿਕਲੀ ਤੁਹਾਡੀ ਜੋ ਐਲੀਜੀਬਿਲਿਟੀ ਪੀਰੀਅਡ ਹੈ 5 ਸਾਲ ਨੇ, 5 ਸਾਲਾਂ ਦੇ ਵਿੱਚ ਤੁਸੀਂ 1095 ਡੇਜ਼ ਤੁਸੀਂ ਕੈਨੇਡਾ ਦੇ ਵਿੱਚ ਰਹੇ ਹੋ। ਔਰ ਇਹ ਜੋ ਕੈਲਕੂਲੇਟਰ ਹੈ ਇਸ 'ਤੇ ਤੁਸੀਂ ਕੈਲਕੂਲੇਟ ਕਰੋਗੇ ਕਿ ਕੀ ਇਹ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਹੋ। ਔਰ ਮੈਂ ਤੁਹਾਨੂੰ ਇੱਥੇ ਦੱਸ ਦਾਂ ਕਿ ਅਗਰ ਇਹ 5 ਸਾਲਾਂ ਦੇ ਵਿੱਚ ਤੁਸੀਂ ਕਦੇ ਵੀ ਵਿਜ਼ਿਟਰ ਸੀ ਜਾਂ ਸਟੂਡੈਂਟ ਸੀ ਜਾਂ ਵਰਕਰ ਸੀ ਜਾਂ ਟੈਂਪਰੇਰੀ ਰੈਜ਼ੀਡੈਂਟ ਪਰਮਿਟ ਹੋਲਡਰ ਸੀ ਔਰ ਜਾਂ ਫਿਰ ਰੈਫਿਊਜੀ ਜਾਂ ਤੁਹਾਡਾ ਕੋਈ ਵੀ ਹੋਰ ਸਟੇਟਸ, ਉਹ ਵੀ ਤੁਹਾਡੇ ਜੋ ਕਾਊਂਟ ਕਰਦੇ ਹਾਂ ਆਪਾਂ ਡੇਜ਼ ਉਹਦੇ ਵਿੱਚ ਹੈਲਪ ਕਰੇਗਾ। ਪਰ ਤੁਸੀਂ ਅਗਰ ਤੁਹਾਡਾ ਇਹ ਸਟੇਟਸ ਸੀ ਤਾਂ ਤੁਸੀਂ ਮੈਕਸੀਮਮ 365 ਡੇਜ਼ ਹੀ ਕਲੇਮ ਕਰ ਸਕਦੇ ਹੋ, 365 ਡੇਜ਼ ਹੀ। ਔਰ ਪਰ ਜਦੋਂ ਤੁਸੀਂ ਐਜ਼ ਅ ਟੈਂਪਰੇਰੀ ਰਹਿੰਦੇ ਹੋ ਕੈਨੇਡਾ ਦੇ ਵਿੱਚ ਤਾਂ ਤੁਹਾਡਾ ਜੋ ਇੱਕ ਦਿਨ ਹੈ ਉਸਨੂੰ ਅੱਧਾ ਦਿਨ ਹੀ ਮੰਨਿਆ ਜਾਂਦਾ ਹੈ। ਪਰ ਜਿਵੇਂ 5 ਸਾਲਾਂ ਦੇ ਵਿੱਚ ਅਗਰ ਤੁਸੀਂ 2 ਸਾਲ ਪਹਿਲੇ 2 ਸਾਲ ਤੁਸੀਂ ਸਟੂਡੈਂਟ ਸੀ, ਜਾਣੀ ਕਿ ਤੁਹਾਡੇ ਕੋਲ ਸਟੂਡੈਂਟ ਵੀਜ਼ਾ ਸੀ, ਤਾਂ ਅਗਰ ਉਹ 2 ਸਾਲ ਨੇ ਜੋ ਉਹਨਾਂ ਦਾ ਦੋਨਾਂ ਦਾ ਮਿਲਾ ਕੇ 365 ਡੇਜ਼ ਹੀ ਤੁਹਾਨੂੰ ਮਿਲੇਗਾ। ਅਗਰ ਤੁਸੀਂ 1 ਸਾਲ ਸੀ ਤਾਂ ਤੁਸੀਂ 365 ਦਾ ਡਿਵਾਈਡ ਕਰ ਲਓ ਬਾਈ 2, ਤੁਹਾਨੂੰ ਓਨੇ ਦਿਨ ਕਲੇਮ ਕਰਨ ਵਾਸਤੇ। ਜਿਵੇਂ ਅਗਰ ਤੁਸੀਂ PR ਹੋਣ ਤੋਂ ਬਾਅਦ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ 3 ਸਾਲ ਵੇਟ ਕਰਨੀ ਪੈਂਦੀ ਹੈ। ਪਰ ਅਗਰ ਤੁਸੀਂ ਉਸ ਤੋਂ ਪਹਿਲਾਂ ਸਟੂਡੈਂਟ ਸੀ
ਤਾਂ ਤੁਹਾਨੂੰ ਸਿਰਫ 2 ਸਾਲ ਵੇਟ ਕਰਨੀ ਪੈਗੀ, ਕਿਉਂਕਿ ਤੁਸੀਂ ਐਜ਼ ਅ ਸਟੂਡੈਂਟ ਚਾਹੇ ਤੁਸੀਂ 3 ਸਾਲ ਸਟੂਡੈਂਟ ਸੀ ਪਰ ਤੁਸੀਂ ਮੈਕਸੀਮਮ 365 ਡੇਜ਼ ਹੀ ਕਲੇਮ ਕਰ ਸਕਦੇ ਹੋ। ਸੋ ਇਸ ਕਰਕੇ ਤੁਸੀਂ ਅਗਰ ਸਟੂਡੈਂਟ ਸੀ ਫਿਰ ਤੁਸੀਂ ਸਿਟੀਜ਼ਨਸ਼ਿਪ, ਫਿਰ ਤੁਹਾਡਾ PR ਹੋ ਗਿਆ ਤਾਂ ਤੁਸੀਂ PR ਹੋਣ ਦੇ 2 ਸਾਲ ਦੇ ਬਾਅਦ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੇ ਹੋ। ਪਰ ਅਗਰ ਤੁਸੀਂ ਸਿੱਧਾ PR ਬਣੇ ਹੈਗੇ ਹੋ ਤਾਂ ਫਿਰ ਤੁਹਾਨੂੰ 3 ਸਾਲ ਵੇਟ ਕਰਨੀ ਪੈਂਦੀ ਹੈ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਜਦੋਂ ਤੁਸੀਂ ਇਹ ਫਾਰਮ ਭਰਦੇ, ਫਾਰਮ ਭਰਨਾ ਥੋੜ੍ਹਾ ਡਿਫੀਕਲਟ ਹੈ। ਅੱਜ ਹੁਣ ਤਾਂ ਜੋ ਔਨਲਾਈਨ ਫਿਜ਼ੀਕਲ ਪ੍ਰੈਜ਼ੈਂਸ ਜੋ ਹੈ ਕੈਲਕੂਲੇਟਰ ਉਹੀ ਜ਼ਿਆਦਾ ਯੂਜ਼ ਕੀਤਾ ਜਾਂਦਾ, ਕਿਉਂਕਿ ਬਹੁਤ ਹੀ ਜ਼ਿਆਦਾ ਈਜ਼ੀ ਹੈ ਯੂਜ਼ ਕਰਨਾ। ਔਰ ਜੋ ਤੁਸੀਂ ਔਨਲਾਈਨ ਐਪਲੀਕੇਸ਼ਨ ਲਗਾਉਂਦੇ ਹੈਗੇ ਹੋ ਤਾਂ ਉਸ ਦੇ ਵਿੱਚ ਹੀ ਤੁਹਾਡੀ ਸਾਰੀ ਕੈਲਕੂਲੇਸ਼ਨ ਹੋ ਜਾਂਦੀ ਹੈ। ਸੋ ਇਹ ਬਹੁਤ ਹੀ ਪੁਰਾਣਾ ਤਰੀਕਾ ਹੈ, ਪਰ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਇਹ ਤਰੀਕਾ ਕੀ ਹੈਗਾ। ਫਿਰ ਤੁਹਾਨੂੰ ਜੋ ਔਨਲਾਈਨ ਪ੍ਰੈਜ਼ੈਂਸ ਕੈਲਕੂਲੇਟਰ ਹੈ ਉਹ ਵੀ ਸਮਝਾ ਦਾਂਗੀ, ਜੋ ਕਿ ਬਹੁਤ ਹੀ ਈਜ਼ਲੀ ਹੈ ਕੈਲਕੂਲੇਟ ਕਰਨਾ। ਹੁਣ ਜੋ ਇੱਥੇ ਫਸਟ ਬਾਕਸ A ਹੈ, ਇਸ ਦੇ ਵਿੱਚ ਤੁਸੀਂ ਕਿਸ ਤਰੀਕ ਨੂੰ ਤੁਸੀਂ ਸਾਈਨ ਕਰ ਰਹੇ ਹੋ ਐਪਲੀਕੇਸ਼ਨ, ਤੁਸੀਂ ਉਹ ਡੇਟ ਪਾਓਗੇ। ਜਿਵੇਂ ਤੁਸੀਂ ਅੱਜ ਸਾਈਨ ਕਰ ਰਹੇ ਹੋ ਤਾਂ ਤੁਸੀਂ ਅੱਜ ਦੀ ਡੇਟ ਪਾਓਗੇ ਇਸ ਦੇ ਵਿੱਚ। ਫਿਰ ਜੋ 5 ਸਾਲ ਪਹਿਲਾਂ ਇਮੀਡੀਏਟਲੀ ਜੋ ਤੁਹਾਡਾ ਐਲੀਜੀਬਿਲਿਟੀ ਪੀਰੀਅਡ ਹੈ, ਜਿਵੇਂ ਫੋਰ ਐਗਜ਼ਾਮਪਲ ਇਹਨਾਂ ਨੇ ਇੱਥੇ ਦਿੱਤਾ ਹੋਇਆ ਹੈ ਕਿ ਤੁਸੀਂ ਅੱਜ ਸਾਈਨ ਕਰ ਰਹੇ ਹੋ ਔਰ ਉਸ ਦਿਨ ਡੇਟ ਸੀਗੀ April 1, 2018, ਤਾਂ ਉਸਦਾ 5 ਸਾਲ ਤੁਸੀਂ ਮਾਈਨਸ ਕਰੋਗੇ ਤਾਂ ਕੀ ਹੋ ਜਾਏਗਾ April 1, 2013, ਤਾਂ ਤੁਸੀਂ ਇੱਥੇ 5 ਸਾਲ ਪਹਿਲਾਂ ਦੀ ਉਹ ਡੇਟ ਪਾਓਗੇ। ਹੁਣ ਤੁਸੀਂ ਨੰਬਰ ਆਫ ਡੇਜ਼ ਕੈਲਕੂਲੇਟ ਕਰੋਗੇ ਕਿ ਇਸ ਡੇਟ 'ਤੇ ਔਰ ਇਸ ਡੇਟ ਦੇ ਵਿੱਚ ਮੈਕਸੀਮਮ ਕਿੰਨੇ ਡੇਜ਼ ਨੇ। 1826 ਡੇਜ਼ ਹੀ ਹੋਣਗੇ, ਕਿਉਂਕਿ 1827 ਡੇਜ਼ ਤੋਂ ਜ਼ਿਆਦਾ ਨਹੀਂ ਹੋ ਸਕਦੇ। ਉਹ ਤੁਸੀਂ ਇੱਥੇ ਪਾਓਗੇ ਨੰਬਰ। ਹੁਣ ਤੁਹਾਡਾ ਨੈਕਸਟ ਆ ਗਿਆ ਕਿ ਜੋ B ਤੋਂ A ਤੱਕ, ਇਹ ਤੁਹਾਡਾ ਐਲੀਜੀਬਿਲਿਟੀ ਪੀਰੀਅਡ ਹੋ ਗਿਆ, ਮਤਲਬ 2013 ਤੋਂ 2018 ਤੱਕ ਦਾ ਇਹ ਐਲੀਜੀਬਿਲਿਟੀ ਪੀਰੀਅਡ ਹੋ ਗਿਆ, ਇਸ ਜੋ ਉਹਨਾਂ ਨੇ ਉੱਪਰ ਐਗਜ਼ਾਮਪਲ ਦਿੱਤੀ ਸੀ ਉਸ ਦੇ ਅਕੋਰਡਿੰਗ। ਹੁਣ ਇੱਥੇ ਤੁਸੀਂ ਡੇਟ ਪਾਓਗੇ ਕਿ ਕਿਸ ਤਰੀਕ ਨੂੰ ਤੁਸੀਂ PR ਬਣੇ ਸੀ, ਔਰ ਇੱਥੇ ਤੁਸੀਂ ਕੈਲਕੂਲੇਟ ਕਰੋਗੇ ਨੰਬਰ ਆਫ ਡੇਜ਼ ਕਿ ਤੁਸੀਂ ਤੁਹਾਡੇ PR ਹੋਣ ਤੋਂ ਔਰ ਅੱਜ ਦੀ ਡੇਟ ਦੇ ਵਿੱਚ ਟੋਟਲ ਕਿੰਨੇ ਦਿਨ ਹੋ ਚੁੱਕੇ ਨੇ। ਜੇ ਤੁਸੀਂ ਕੈਨੇਡਾ ਤੋਂ ਪਿਛਲੇ 5 ਸਾਲਾਂ ਦੇ ਵਿੱਚ ਤੁਸੀਂ ਕਦੇ ਵੀ ਕੈਨੇਡਾ ਤੋਂ ਬਾਹਰ ਗਏ ਹੈਗੇ ਹੋ, ਜਿਵੇਂ ਤੁਸੀਂ ਐਜ਼ ਅ ਸਟੂਡੈਂਟ ਪਹਿਲਾਂ ਆ ਗਏ ਔਰ ਫਿਰ ਤੁਸੀਂ PR ਹੋ ਗਏ, ਔਰ ਤੁਸੀਂ ਅਗਰ ਉਸ ਪੀਰੀਅਡ ਦੇ ਵਿੱਚ ਕਦੇ ਵੀ ਕੈਨੇਡਾ ਛੱਡ ਕੇ ਨਹੀਂ ਗਏ ਤਾਂ ਤੁਸੀਂ ਨੋ ਲਿਖੋਗੇ। ਅਗਰ ਤੁਸੀਂ ਕੀਤਾ ਹੈ ਗਏ ਹੋ ਬਾਹਰ ਤਾਂ ਤੁਸੀਂ ਯੈਸ ਕਰੋਗੇ। ਹੁਣ ਇੱਥੇ ਤੁਸੀਂ ਕੈਲਕੂਲੇਟ ਕਰੋਗੇ ਜਦੋਂ ਤੁਸੀਂ PR ਹੋਣ ਤੋਂ ਬਾਅਦ ਕੈਨੇਡਾ ਛੱਡ ਕੇ ਗਏ ਹੈਗੇ ਹੋ, ਕਿਸ ਡੇਟ ਨੂੰ ਗਏ ਸੀ ਔਰ ਕਿਸ ਡੇਟ ਨੂੰ ਵਾਪਸ ਆਏ ਹੋ। ਇੱਥੇ ਇਹਨਾਂ ਨੇ ਬਹੁਤ ਅੱਛੀ ਐਗਜ਼ਾਮਪਲ ਦਿੱਤੀ। ਤੁਹਾਨੂੰ ਆਪਣੀ ਡੈਸਟੀਨੇਸ਼ਨ ਵੀ ਦੱਸਣੀ ਪਏਗੀ। ਅਗਰ ਤੁਸੀਂ ਫੈਮਿਲੀ ਔਰ ਫਰੈਂਡਸ ਨੂੰ ਮਿਲਣ ਗਏ ਸੀਗੇ ਉਹ ਤੁਸੀਂ ਇੱਥੇ ਇੰਡੀਕੇਟ ਦੱਸੋਗੇ ਕਿੰਨੇ ਦਿਨ ਵਾਸਤੇ ਐਬਸੈਂਟ ਸੀਗੇ। ਹੁਣ ਇਹ ਤੁਸੀਂ ਨੰਬਰ ਡੇਜ਼ ਕਿਵੇਂ ਕੈਲਕੂਲੇਟ ਕਰਨੇ ਨੇ। ਫੋਰ ਐਗਜ਼ਾਮਪਲ ਤੁਸੀਂ ਜੁਲਾਈ 1 ਨੂੰ ਕੈਨੇਡਾ ਛੱਡ ਕੇ ਗਏ ਔਰ ਜੁਲਾਈ 1 ਨੂੰ ਹੀ ਵਾਪਸ ਆ ਗਏ ਤਾਂ ਤੁਹਾਡੇ ਐਬਸੈਂਟ ਡੇਜ਼ ਕਿੰਨੇ ਹੋ ਗਏ 0। ਹੁਣ ਅਗਰ ਤੁਸੀਂ ਜੁਲਾਈ 1 ਨੂੰ ਗਏ ਸੀ ਔਰ ਤੁਸੀਂ ਜੁਲਾਈ 6 ਨੂੰ ਵਾਪਸ ਆਏ, ਤੁਹਾਡੇ ਨੰਬਰ ਆਫ ਡੇਜ਼ ਹੋ ਗਏ 4। ਤੁਸੀਂ ਕਹੋਗੇ 4 ਕਿਵੇਂ ਹੋਏ, ਕਿਉਂਕਿ ਤੁਸੀਂ ਫੁੱਲ 4 ਡੇਜ਼ ਵਾਸਤੇ ਕੈਨੇਡਾ ਤੋਂ ਬਾਹਰ ਸੀਗੇ। ਜੁਲਾਈ 1 ਨੂੰ ਤੁਸੀਂ ਗਏ ਸੀ ਉਹ ਕਾਊਂਟ ਨਹੀਂ ਹੋਏਗਾ। ਜੁਲਾਈ 6 ਨੂੰ ਤੁਸੀਂ ਵਾਪਸ ਆ ਗਏ ਉਹ ਵੀ ਕਾਊਂਟ ਨਹੀਂ ਹੋਏਗਾ। ਜੁਲਾਈ 2, 3, 4 ਐਂਡ 5 ਤਾਂ ਟੋਟਲ ਕਿੰਨੇ ਹੋ ਗਏ 4। ਜਿਵੇਂ ਕਿ ਐਗਜ਼ਾਮਪਲ ਹੈ ਨੈਕਸਟ ਵਾਲੀ, ਜੁਲਾਈ 1 ਤੋਂ ਤੁਸੀਂ ਜੁਲਾਈ 10 ਤੱਕ ਤੁਸੀਂ ਬਾਹਰ ਸੀਗੇ ਅਤੇ ਜੁਲਾਈ 1 ਤੇ ਜੁਲਾਈ 10 ਨੂੰ ਤੁਸੀਂ ਮਤਲਬ ਟੋਟਲ ਅਗਰ 10 ਦਿਨ ਨੇ ਉਹ 'ਚ 2 ਮਾਈਨਸ ਕਰ ਦਿਓ ਤਾਂ ਜੋ 8 ਡੇਜ਼ ਤੁਸੀਂ ਕੈਨੇਡਾ ਤੋਂ ਬਾਹਰ ਰਹੇ ਸੀ ਉਹ ਤੁਸੀਂ ਇੱਥੇ ਭਰੋਗੇ। ਔਰ ਇਹ ਸਿਰਫ ਤੁਸੀਂ PR ਹੋਣ ਤੋਂ ਬਾਅਦ ਵਾਲੀ ਇਨਫੋਰਮੇਸ਼ਨ ਹੈਗੀ ਹੈ। ਅਤੇ ਇੱਥੇ ਤੁਸੀਂ ਟੋਟਲ ਨੰਬਰ ਕੈਲਕੂਲੇਟ ਕਰਕੇ ਲਿਖ ਦੋਗੇ। ਹੁਣ ਇਹ ਹੈ ਐਂਟਰ ਦਾ ਟੋਟਲ ਨੰਬਰ ਆਫ ਡੇਜ਼ ਯੂ ਵਰ ਐਬਸੈਂਟ ਫਰੋਮ ਕੈਨੇਡਾ, ਅਤੇ ਕੈਲਕੂਲੇਟ ਬਾਕਸ E ਮਾਈਨਸ ਬਾਕਸ F ਇਕੁਅਲਸ ਕਿ ਤੁਸੀਂ ਟੋਟਲ ਕਿੰਨੇ ਦਿਨ ਕੈਨੇਡਾ ਵਿੱਚ ਸੀਗੇ, ਉਹਦੇ ਵਿੱਚੋਂ ਕਿੰਨੇ ਦਿਨ ਤੁਸੀਂ ਐਬਸੈਂਟ ਰਹੇ ਹੋ ਤੁਸੀਂ ਉਹ ਇੱਥੇ ਦੱਸੋਗੇ। ਉਹ ਤੁਹਾਡੀ ਫਿਜ਼ੀਕਲ ਪ੍ਰੈਜ਼ੈਂਸ ਸੀਗੀ ਉਹ ਤੁਹਾਡੇ ਹੋਣਗੇ। ਅਗਰ ਉਹ ਦਿਨ ਤੁਹਾਡੇ 1095 ਤੋਂ ਜ਼ਿਆਦਾ ਨੇ ਤਾਂ ਤੁਸੀਂ ਐਲੀਜੀਬਲ ਹੋ ਸਿਟੀਜ਼ਨਸ਼ਿਪ ਨੂੰ ਅਪਲਾਈ ਕਰਨ ਵਾਸਤੇ। ਅਗਰ ਉਹ ਘੱਟ ਨੇ ਤਾਂ ਤੁਹਾਨੂੰ ਥੋੜ੍ਹੇ ਟਾਈਮ ਹੋਰ ਵੇਟ ਕਰਨੀ ਪਏਗੀ। ਜਦੋਂ 1095 ਡੇਜ਼ ਹੋ ਜਾਣਗੇ ਫਿਰ ਤੁਸੀਂ ਅਪਲਾਈ ਕਰ ਸਕਦੇ ਹੋ। ਜੋ ਤੁਹਾਡਾ ਐਲੀਜੀਬਿਲਿਟੀ ਪੀਰੀਅਡ ਹੈ ਬਾਕਸ B ਟੂ ਬਾਕਸ A, ਮਤਲਬ ਜੋ 5 ਸਾਲ ਦਾ ਪੀਰੀਅਡ ਸੀ ਉਹਦੇ ਵਿੱਚ ਅਗਰ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਸੀ, ਤੁਸੀਂ ਸਟੂਡੈਂਟ ਸੀ ਜਾਂ ਤੁਸੀਂ ਕਿਸੇ ਹੋਰ ਵੀਜ਼ਾ ਦੇ ਉੱਪਰ ਸੀ ਜੋ ਟੈਂਪਰੇਰੀ ਸੀ, ਉਹਦੇ ਵਿੱਚ ਤੁਸੀਂ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਮੈਕਸੀਮਮ 365 ਡੇਜ਼ ਕੈਲਕੂਲੇਟ ਕਰ ਸਕਦੇ ਹੋ, ਪਰ ਤੁਹਾਡਾ ਜੋ ਇੱਕ ਦਿਨ ਹੈ ਉਸ ਨੂੰ ਅੱਧਾ ਹੀ ਕਾਊਂਟ ਕੀਤਾ ਜਾਏਗਾ।
ਠੀਕ ਹੈ। ਹੁਣ ਇੱਥੇ ਤੁਸੀਂ ਜਿਹੜਾ ਉਹ ਐਲੀਜੀਬਿਲਿਟੀ ਪੀਰੀਅਡ ਦੇ ਵਿੱਚ PR ਹੋਣ ਤੋਂ ਪਹਿਲਾਂ ਵਾਲਾ ਟਾਈਮ ਸੀਗਾ, ਤੁਸੀਂ ਉਹ ਸਾਰਾ ਇੱਥੇ ਲਿਖੋਗੇ। ਤੁਹਾਡਾ ਸਟੇਟਸ ਕੀ ਸੀ, ਤੁਸੀਂ ਸਟੂਡੈਂਟ ਸੀ, ਟੈਂਪਰੇਰੀ ਵਰਕਰ ਸੀ, ਤੁਸੀਂ ਪ੍ਰੋਟੈਕਟਡ ਪਰਸਨ ਸੀ, ਕਿਸ ਤਰ੍ਹਾਂ ਦੇ ਪਰਮਿਟ 'ਤੇ ਤੁਸੀਂ ਸੀਗੇ, ਔਰ ਤੁਹਾਡੇ ਟੋਟਲ ਨੰਬਰ ਆਫ ਡੇਜ਼ ਕਿੰਨੇ ਸੀਗੇ ਇੱਥੇ। ਫਿਰ ਤੁਸੀਂ ਇੱਥੇ ਕੈਲਕੂਲੇਟ ਕਰੋਗੇ। ਹੁਣ ਜੋ ਇਹ ਵਾਲਾ ਹੈ, ਦਿਸ ਚਾਰਟ ਇਜ਼ ਓਨਲੀ ਫॉर ਐਬਸੈਂਸ ਬਿਫੋਰ ਯੂ ਬਿਕੇਮ ਅ ਪਰਮਾਨੈਂਟ ਰੈਜ਼ੀਡੈਂਟ, ਜਿਹੜਾ ਤੁਸੀਂ ਉੱਪਰ ਇੰਡੀਕੇਟ ਕੀਤਾ ਸੀਗਾ ਕਿ ਜਦੋਂ ਤੁਸੀਂ ਟੈਂਪਰੇਰੀ ਰੈਜ਼ੀਡੈਂਟ ਸੀ, ਹੁਣ ਤੁਸੀਂ ਇੱਥੇ ਲਿਖੋਗੇ ਕਿ ਜੋ ਟੈਂਪਰੇਰੀ ਰੈਜ਼ੀਡੈਂਟ ਦੇ ਟਾਈਮ 'ਤੇ ਤੁਸੀਂ ਕਿੰਨਾ ਟਾਈਮ ਕੈਨੇਡਾ ਤੋਂ ਬਾਹਰ ਗਏ ਸੀ, ਉਹ ਨੰਬਰ ਆਫ ਡੇਜ਼ ਤੁਸੀਂ ਕੈਲਕੂਲੇਟ ਕਰੋਗੇ। ਹੁਣ ਇਹ ਹੈ ਜੋ ਬਾਕਸ H, ਤੁਸੀਂ ਟੈਂਪਰੇਰੀ ਰੈਜ਼ੀਡੈਂਟ ਜਿੰਨਾ ਟਾਈਮ ਤੁਸੀਂ ਸੀਗੇ ਉਹ ਕਿੰਨੇ ਦਿਨ ਸੀ ਅਤੇ ਕਿੰਨੇ ਦਿਨ ਤੁਸੀਂ ਐਬਸੈਂਟ ਰਹੇ ਹੈਗੇ ਹੋ, ਉਹ ਤੁਸੀਂ ਮਾਈਨਸ ਕਰਕੇ ਇੱਥੇ ਲਿਖੋਗੇ। ਫਿਰ ਜੋ J ਹੈ, ਕਿੰਨੇ ਦਿਨ ਤੁਸੀਂ ਰਹੇ ਹੈਗੇ ਹੋ ਐਜ਼ ਅ ਟੈਂਪਰੇਰੀ, ਡਿਵਾਈਡ ਬਾਈ 2, ਕਿਉਂਕਿ ਤੁਸੀਂ ਮੈਕਸੀਮਮ ਤੁਹਾਨੂੰ ਦਿਨ ਤੁਹਾਡਾ ਅੱਧਾ ਹੀ ਕਾਊਂਟ ਹੁੰਦਾ ਹੈ, ਉਹ ਤੁਸੀਂ ਡਿਵਾਈਡ ਕਰੋਗੇ, ਉਹ ਤੁਸੀਂ ਇੱਥੇ ਲਿਖੋਗੇ ਕਿ ਤੁਹਾਨੂੰ ਕਿੰਨਾ ਕ੍ਰੈਡਿਟ ਮਿਲਦਾ। ਕੈਲਕੂਲੇਟ ਬਾਕਸ G ਪਲੱਸ ਬਾਕਸ K। ਬਾਕਸ G ਸੀਗਾ ਕਿ ਤੁਹਾਡੇ ਕਿੰਨੇ ਤੁਸੀਂ PR ਹੋਣ ਤੋਂ ਬਾਅਦ ਤੁਸੀਂ ਤੁਹਾਡੇ ਕਿੰਨੇ ਦਿਨ ਹੋਏ ਨੇ, ਪਲੱਸ ਐਜ਼ ਅ ਟੈਂਪਰੇਰੀ, ਜਿਹਦੇ ਵਿੱਚ ਟੈਂਪਰੇਰੀ ਵਿੱਚ ਤੁਸੀਂ -3 ਤੁਸੀਂ ਮੈਕਸੀਮਮ ਤੁਸੀਂ 365 ਡੇਜ਼ ਹੀ ਕੈਲਕੂਲੇਟ ਕਰ ਸਕਦੇ ਹੋ, ਅਤੇ ਉਹਨਾਂ ਨੂੰ ਤੁਸੀਂ ਐਡ ਕਰੋਗੇ, ਔਰ ਇਹ ਤੁਹਾਡੀ ਹੋਏਗੀ ਟੋਟਲ ਫਿਜ਼ੀਕਲ ਪ੍ਰੈਜ਼ੈਂਸ ਇਨ ਕੈਨੇਡਾ। ਅਗਰ ਇੱਥੇ ਵਾਰਨਿੰਗ ਹੈ ਕਿ ਅਗਰ ਤੁਹਾਡੀ ਐਪਲੀਕੇਸ਼ਨ ਦੇ ਵਿੱਚ ਮਿਸਲੀਡਿੰਗ ਇਨਫੋਰਮੇਸ਼ਨ ਜਾਂ ਫਰੋਡ ਇਨਫੋਰਮੇਸ਼ਨ ਹੈ, ਤਾਂ ਤੁਹਾਨੂੰ ਕ੍ਰਿਮੀਨਲ ਓਫੈਂਸ ਜੋ ਸਿਟੀਜ਼ਨਸ਼ਿਪ ਦੇ ਐਕਟ ਦੇ ਅੰਡਰ ਆਉਂਦਾ ਹੈ, ਉਸ ਦੇ ਨਾਲ ਤੁਹਾਡੀ ਐਪਲੀਕੇਸ਼ਨ ਨੂੰ ਰਿਫਿਊਜ਼ ਕਰ ਦਿੱਤਾ ਜਾਏਗਾ। ਸੋ ਕਦੇ ਵੀ ਆਪਣੀ ਐਪਲੀਕੇਸ਼ਨ ਦੇ ਵਿੱਚ ਕੋਈ ਗਲਤੀ, ਕੋਈ ਮਿਸਰੀਪ੍ਰੈਜ਼ੈਂਟੇਸ਼ਨ ਨਾ ਕਰੋ, ਉਹਦੇ ਬਹੁਤ ਜ਼ਿਆਦਾ ਬੁਰੇ ਕੌਨਸੀਕੁਐਂਸਿਸ ਨੇ। ਅਗਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਕਿਸੇ ਵੀ ਜਗ੍ਹਾ ਤੋਂ ਜਾ ਕੇ ਇਸ ਬਾਰੇ ਕੁਐਸਚਨਸ ਕਰ ਸਕਦੇ ਹੋ। ਅਗਰ ਤੁਸੀਂ ਆਪਦੇ ਕਿਸੇ ਕੁਐਸਚਨ ਬਾਰੇ ਤੁਸੀਂ ਸ਼ੋਰ ਨਹੀਂ ਹੈਗੇ, ਤੁਸੀਂ ਇਹ ਸਾਨੂੰ ਵੀ ਇਨਫੋਰਮੇਸ਼ਨ ਭੇਜ ਸਕਦੇ ਹੋ ਕਿ ਅਸੀਂ ਤੁਹਾਡੀ ਪੂਰੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਥੇ ਤੁਹਾਡੇ ਸਿਗਨੇਚਰ ਹੋਣਗੇ ਅਤੇ ਡੇਟ ਹੋਏਗੀ। ਹੁਣ ਮੈਂ ਤੁਹਾਨੂੰ ਦਿਖਾਵਾਂਗੀ ਕਿ ਤੁਸੀਂ ਜੋ ਔਨਲਾਈਨ ਹੈ ਉਸ ਨੂੰ ਤੁਸੀਂ ਕਿਵੇਂ ਭਰ ਸਕਦੇ। ਜੋ ਔਨਲਾਈਨ ਫਿਜ਼ੀਕਲ ਪ੍ਰੈਜ਼ੈਂਸ ਕੈਲਕੂਲੇਟਰ ਹੈ, ਇਹ ਬਹੁਤ ਹੀ ਜ਼ਿਆਦਾ ਈਜ਼ੀ ਹੈ। ਬੇਸਿਕਲੀ ਤੁਸੀਂ ਕੀ ਕਰੋਗੇ, ਇਹ ਤੁਹਾਨੂੰ ਲਿੰਕ ਇੱਥੇ ਅਸੀਂ ਪ੍ਰੋਵਾਈਡ ਕਰ ਦਾਂਗੇ, ਉਸ 'ਤੇ ਕਲਿੱਕ ਕਰਕੇ ਤੁਸੀਂ ਕੈਲਕੂਲੇਟ ਕਰ ਸਕਦੇ ਹੋ ਕਿ ਤੁਸੀਂ ਕਿੰਨੇ ਦਿਨ ਕੈਨੇਡਾ ਦੇ ਵਿੱਚ ਸੀ। ਇੱਥੇ ਤੁਸੀਂ ਕਰੋਗੇ ਸਟਾਰਟ ਕੈਲਕੂਲੇਸ਼ਨ। ਹੁਣ ਐਂਟਰ ਦਾ ਡੇਟ ਯੂ ਵਿਲ ਸਾਈਨ ਦਾ ਐਪਲੀਕੇਸ਼ਨ, ਇੱਥੇ ਤੁਸੀਂ ਆਪਣੀ ਡੇਟ ਉਹ ਮੈਨਸ਼ਨ ਕਰ ਦੋਗੇ। ਫੋਰ ਐਗਜ਼ਾਮਪਲ ਤੁਸੀਂ ਅੱਜ ਕਰ ਰਹੇ ਹੈਗੇ ਹੋ। ਐਂਟਰ ਦਾ ਡੇਟ ਯੂ ਬਿਕੇਮ ਅ ਪਰਮਾਨੈਂਟ ਰੈਜ਼ੀਡੈਂਟ ਆਫ ਕੈਨੇਡਾ। ਫੋਰ ਐਗਜ਼ਾਮਪਲ ਆਪਾਂ ਚਲੇ ਜਾਂਦੇ ਹੈਗੇ ਆ, ਇੱਥੇ ਤੁਸੀਂ ਚੇਂਜ ਕਰ ਸਕਦੇ ਹੋ 2021, ਠੀਕ ਹੈ, 2023। ਇੱਥੇ ਤੁਸੀਂ ਸੇਵ ਵੀ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਸੇਵ ਕਰਨ ਵਾਸਤੇ ਤੁਹਾਨੂੰ ਰਜਿਸਟਰ ਕਰਨਾ ਪਏਗਾ, ਲੌਗਇਨ ਕਰਨਾ ਪਏਗਾ, ਅਤੇ ਤੁਸੀਂ ਵਾਪਸ ਆ ਕੇ ਵੀ ਇਹਨੂੰ ਚੇਂਜ ਕਰ ਸਕਦੇ ਹੋ। ਤੁਸੀਂ ਆਪਦੀ, ਜਿਵੇਂ ਅੱਜ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਮਿਲਿਆ, ਤੁਸੀਂ ਹੁਣ ਭਰ ਲਈ, ਥੋੜ੍ਹਾ ਟਾਈਮ ਬਾਅਦ ਭਰ ਲਈ, ਤਾਂ ਮੈਂ ਕਹੂੰਗੀ ਸੇਵ ਕਰ ਲਓ। ਅਗਰ ਤੁਸੀਂ ਵੈਸੇ ਹੀ ਚੈੱਕ ਕਰਨਾ ਚਾਹੁੰਦੇ ਤਾਂ ਸਿੱਧਾ ਕੈਲਕੂਲੇਟ ਕਰ ਲਓ। ਹੁਣ ਹੈ, ਡਿਡ ਯੂ ਹੈਵ ਕੈਨੇਡੀਅਨ ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਐਜ਼ ਅ ਵਿਜ਼ਿਟਰ, ਇੰਟਰਨੈਸ਼ਨਲ ਸਟੂਡੈਂਟ, ਟੈਂਪਰੇਰੀ ਵਰਕਰ, ਕਿਸੇ ਤਰ੍ਹਾਂ ਜਾਂ ਪ੍ਰੋਟੈਕਟਡ ਪਰਸਨ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਤਾਂ ਤੁਸੀਂ ਉਹ ਦੱਸੋਗੇ ਕਿ ਤੁਹਾਡੇ ਕੋਲ ਰਿਹਾ ਸੀ। ਜਿਵੇਂ ਫੋਰ ਐਗਜ਼ਾਮਪਲ ਕਈ ਸਟੂਡੈਂਟਸ ਨੇ ਜੋ ਸਟੂਡੈਂਟ ਬਣਨ ਤੋਂ ਬਾਅਦ ਆਪਣੀ PR ਦੀ ਐਪਲੀਕੇਸ਼ਨ ਲਗਾਈ ਹੁੰਦੀ, PR ਬਣੇ ਹੁੰਦੇ ਨੇ, ਤਾਂ ਉਹ ਤੁਸੀਂ ਇੱਥੇ ਇੰਡੀਕੇਟ ਕਰੋਗੇ। ਸੋ ਜਿਹੜੇ 5 ਸਾਲ ਨੇ, ਜਿਵੇਂ ਅੱਜ ਐਪਲੀਕੇਸ਼ਨ ਤੁਸੀਂ ਸਾਈਨ ਕਰ ਰਹੇ ਹੈਗੇ, ਪਿਛਲੇ ਜਿਹੜੇ 5 ਸਾਲ ਨੇ ਉਹੀ ਸਿਰਫ ਦੇਖੇ ਜਾਣਗੇ, ਉਸ ਤੋਂ ਪਹਿਲਾਂ ਤੁਹਾਡਾ ਕੀ ਸਟੇਟਸ ਸੀ ਉਹ ਨਹੀਂ ਦੇਖਿਆ ਜਾਏਗਾ। ਸੋ ਇਹ ਤੁਸੀਂ ਸਬਮਿਟ ਕਰੋ। ਤਾਂ ਹੁਣ ਤੁਹਾਨੂੰ ਨੈਕਸਟ ਕੁਐਸਚਨ ਆਏਗਾ ਕਿ ਉਹ 5 ਸਾਲਾਂ ਦੇ ਵਿੱਚ ਤੁਸੀਂ ਕਿੰਨਾ ਟਾਈਮ, ਕਿਸ ਤਰ੍ਹਾਂ ਦਾ ਤੁਹਾਡੇ ਕੋਲ ਵੀਜ਼ਾ ਸੀ, ਇਹ 'ਚ ਤੁਹਾਡੀਆਂ ਆਪਸ਼ਨਸ ਨੇ, ਔਰ ਕਦੋਂ ਤੋਂ ਕਦੋਂ ਤੱਕ ਸੀ। ਫੋਰ ਐਗਜ਼ਾਮਪਲ ਇੰਟਰਨੈਸ਼ਨਲ ਸਟੂਡੈਂਟ, ਠੀਕ ਹੈ ਜੀ, ਤੁਹਾਡੀ 2018 2018, ਠੀਕ ਹੈ, ਕਿਉਂਕਿ ਇਹ ਮੇਰਾ ਐਲੀਜੀਬਿਲਿਟੀ ਪੀਰੀਅਡ ਆ ਗਿਆ 2018 to 2021, ਠੀਕ ਹੈ। ਇਸ ਦੇ ਵਿੱਚ ਕਿਉਂਕਿ ਆਪਾਂ ਪਹਿਲਾਂ 2 ਸਾਲ ਲਗਾਏ ਨੇ ਨਾ, ਕਿ ਜਦੋਂ ਤੁਹਾਡਾ PR ਹੋਇਆ ਹੈ 2 ਸਾਲ ਲਗਾਏ ਨੇ, ਤਾਂ ਇਹ 3 ਸਾਲ ਦੀ ਆਪਸ਼ਨ ਆ ਗਈ ਕਿ PR ਹੋਣ ਤੋਂ 3 ਸਾਲ ਪਹਿਲਾਂ ਤੁਹਾਡਾ ਕੀ ਸਟੇਟਸ ਸੀ। 2020, 18, 03, 26 to 2021, 0
02/25 I was an international student। ਤੁਸੀਂ ਐਂਟਰੀ ਐਡ ਕਰੋਗੇ ਜਿੰਨੀਆਂ ਵੀ ਤੁਹਾਡੇ ਆਪਸ਼ਨ ਨੇ। ਅਗਰ ਤੁਹਾਡਾ ਸਟੇਟਸ ਕੁਝ ਹੋਰ ਸੀ, ਤੁਸੀਂ ਟੈਂਪਰੇਰੀ ਬਣ ਗਏ, ਤਾਂ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਉਹ 3 ਸਾਲ ਦੇ ਵਿੱਚ ਟੋਟਲ ਕਿੰਨੇ ਦਿਨ ਹੁੰਦੇ ਨੇ 1068, ਪਰ ਉਹਨਾਂ ਨੂੰ ਹਾਫ ਹੀ ਕਾਊਂਟ ਹੁੰਦਾ ਹੈ 534। ਪਰ ਤੁਹਾਨੂੰ ਇਹ ਵੀ ਪਤਾ ਹੈ ਕਿ ਤੁਹਾਨੂੰ ਮੈਕਸੀਮਮ 365 ਡੇਜ਼ ਦਾ ਹੀ ਕ੍ਰੈਡਿਟ ਮਿਲੇਗਾ, ਚਾਹੇ ਤੁਸੀਂ 534 ਡੇਜ਼ ਪਹਿਲਾਂ ਕੈਨੇਡਾ ਦੇ ਵਿੱਚ ਰਹਿ ਚੁੱਕੇ ਹੋ। ਸੋ ਹੁਣ ਤੁਸੀਂ ਅੱਗੇ ਜਾਓਗੇ ਨੈਕਸਟ ਸਟੈਪ 'ਤੇ। ਡਿਡ ਯੂ ਸਪੈਂਡ ਟਾਈਮ ਸਰਵਿੰਗ ਅ ਸੈਂਟੈਂਸ ਔਰ ਐਨ ਔਫੈਂਸ ਇਨ ਕੈਨੇਡਾ? ਤੁਸੀਂ ਇੱਥੇ ਦੱਸੋਗੇ ਯੈਸ ਔਰ ਨੋ। ਅਗਰ ਤੁਹਾਡਾ ਆਨਸਰ ਯੈਸ ਹੈ ਤਾਂ ਤੁਹਾਨੂੰ ਰੀਡ ਦਾ ਫੋਲੋਇੰਗ ਐਕਸੈਪਸ਼ਨਸ, ਤੁਹਾਨੂੰ ਐਕਸੈਪਸ਼ਨਸ ਕਿ ਉਹ ਪਾਰਡਨ ਹੋ ਚੁੱਕਿਆ ਹੈ ਜਾਂ ਤੁਹਾਡਾ ਕੀ ਕੇਸ ਸੀਗਾ, ਤੁਹਾਨੂੰ ਉਸ ਦੇ ਅਕੋਰਡਿੰਗ ਆਪਣੀ ਐਕਸੈਪਸ਼ਨ ਦੇ ਅਕੋਰਡਿੰਗ ਤੁਹਾਨੂੰ ਇੱਥੇ ਯੈਸ ਜਾਂ ਨੋ ਦੇ ਵਿੱਚ ਕਰਨਾ ਪਏਗਾ। ਓਕੇ, ਕੰਟੀਨਿਊ। ਹਾਂਜੀ, ਹੁਣ ਆ ਗਿਆ ਕਿ ਡਿਡ ਯੂ ਲੀਵ ਕੈਨੇਡਾ ਬਿਟਵੀਨ 2018 to 2023 ਦੇ ਵਿੱਚ ਤੁਸੀਂ ਅਗਰ ਕੈਨੇਡਾ ਦੇ ਵਿੱਚ ਕੈਨੇਡਾ ਤੋਂ ਬਾਹਰ ਗਏ ਹੈਗੇ ਹੋ, ਠੀਕ ਹੈ। ਫੋਰ ਐਗਜ਼ਾਮਪਲ ਆਈ ਸੇ ਨੋ। ਅਗਰ ਤੁਹਾਡਾ ਯੈਸ ਤਾਂ ਹੁਣ ਤੁਸੀਂ ਆਪਣੇ ਸਾਰੇ ਡੇਜ਼ ਦੱਸੋਗੇ ਤੁਸੀਂ ਕਦੋਂ ਤੋਂ ਕਦੋਂ ਤੱਕ ਤੁਸੀਂ ਕੰਟਰੀ ਤੋਂ ਬਾਹਰ ਗਏ ਸੀ। ਫੋਰ ਐਗਜ਼ਾਮਪਲ ਕਿਸ ਕੰਟਰੀ ਵਿੱਚ ਗਏ ਸੀ ਤੁਸੀਂ? ਇੰਡੀਆ। ਕਿਸ ਤਰੀਕ ਨੂੰ ਗਏ ਸੀ ਤੁਸੀਂ? 22 ਦੀ ਹੈ, 2022 ਤੇ ਇਹ ਵੀ ਹੋਗਾ 2022, ਠੀਕ ਹੈ। ਮੋਡੀਫਾਈ। ਔਰ ਹੁਣ ਤੁਹਾਨੂੰ ਦੇਖੇਗਾ ਕਿ ਤੁਸੀਂ ਟੋਟਲ ਜਿਵੇਂ ਤੁਸੀਂ ਦੇਖਿਆ 20th ਨਹੀਂ ਕਾਊਂਟ ਹੁੰਦਾ, 26 ਨਹੀਂ ਕਾਊਂਟ ਹੁੰਦਾ, ਇਹਨਾਂ ਦੇ ਵਿਚਕਾਰ ਜਿੰਨੇ ਪੂਰੇ ਦਿਨ ਨੇ ਸਿਰਫ ਉਹੀ ਕਾਊਂਟ ਹੁੰਦੇ ਨੇ। ਤਾਂ ਕਿੰਨੇ ਦਿਨ ਹੋ ਗਏ? 5 ਡੇਜ਼, ਠੀਕ ਹੈ। ਅਤੇ ਡੈਸਟੀਨੇਸ਼ਨ, ਜੇ ਤੁਸੀਂ ਦੁਬਾਰਾ ਤੋਂ ਹੋਰ ਤੁਸੀਂ ਕਿੰਨਾ ਟਾਈਮ ਐਬਸੈਂਸ ਰਹੇ ਹੈਗੇ ਹੋ, ਤੁਸੀਂ ਉਹ ਸਾਰਾ ਇੱਥੇ ਲਿਖਦੇ ਜਾਓਗੇ ਔਰ ਫਿਰ ਤੁਸੀਂ ਕੈਲਕੂਲੇਟ ਤੇ ਅੱਗੇ ਦੱਬਦੇ ਜਾਓਗੇ। ਓਕੇ, ਹੁਣ ਇੱਥੇ ਦੋ ਸਾਈਡਸ ਨੇ। ਇੱਕ ਹੈ ਫਿਜ਼ੀਕਲ ਪ੍ਰੈਜ਼ੈਂਸ ਐਜ਼ ਅ ਪਰਮਾਨੈਂਟ ਰੈਜ਼ੀਡੈਂਟ, ਠੀਕ ਹੈ। ਫਿਜ਼ੀਕਲ ਪ੍ਰੈਜ਼ੈਂਸ ਐਜ਼ ਅ ਟੈਂਪਰੇਰੀ ਰੈਜ਼ੀਡੈਂਟ ਔਰ ਪ੍ਰੋਟੈਕਟਡ। ਜਿਵੇਂ ਕਿ ਤੁਹਾਨੂੰ ਦੱਸਿਆ ਸੀ, ਜੋ ਟੈਂਪਰੇਰੀ ਰੈਜ਼ੀਡੈਂਟ ਦੀ ਸਾਈਡ ਹੈ ਉੱਥੇ ਮੈਂ 3 ਸਾਲ ਕੈਨੇਡਾ ਦੇ ਵਿੱਚ ਰਹੀ, 1068 ਡੇਜ਼ ਜੋ ਮੈਂ ਇੰਡੀਕੇਟ ਕੀਤਾ ਸੀ, ਪਰ ਮੈਨੂੰ ਮੈਕਸੀਮਮ 365 ਡੇਜ਼ ਦਾ ਹੀ ਕ੍ਰੈਡਿਟ ਮਿਲੇਗਾ। ਪਰ PR ਹੋਣ ਤੋਂ ਬਾਅਦ ਮੈਂ 2 ਸਾਲ, PR ਦੀ ਡੇਟ ਸੀ 2021 ਲਿਖੀ ਸੀ ਮੈਂ, ਅਤੇ ਮੈਂ 2 ਸਾਲ ਕੈਨੇਡਾ ਵਿੱਚ ਰਹੀ, ਤਾਂ ਮੈਨੂੰ ਟੋਟਲ ਮਿਲਨੇ 753 ਡੇਜ਼। ਇਹਨਾਂ ਦੋਨਾਂ ਨੂੰ ਤੁਸੀਂ ਐਡ ਕਰੋਗੇ ਤਾਂ ਮੇਰੇ ਹੋ ਚੁੱਕੇ ਨੇ ਇੰਨੇ ਡੇਜ਼, ਜੋ ਕਿ ਉਸ ਤੋਂ ਕਿਤੇ ਜ਼ਿਆਦਾ ਨੇ, ਕਿਉਂਕਿ ਤੁਹਾਨੂੰ ਮੈਕਸੀਮਮ ਡੇਜ਼ ਮਿਨੀਮਮ ਡੇਜ਼ ਕਿੰਨੇ ਚਾਹੀਦੇ ਨੇ? 1095। ਸੋ ਮੈਂ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਸਕਦੀ ਹਾਂ, ਚਾਹੇ ਮੈਨੂੰ PR ਹੋਏ 2 ਸਾਲ ਹੀ ਹੋਏ ਨੇ, ਕਿਉਂਕਿ ਮੈਂ PR ਹੋਣ ਤੋਂ ਪਹਿਲਾਂ ਵੀ ਕੈਨੇਡਾ ਵਿੱਚ ਰਹਿੰਦੀ ਰਹੀ ਸੀ, ਉਸ ਦੇ ਕਰਕੇ ਮੈਨੂੰ 365 ਡੇਜ਼ ਦਾ ਕ੍ਰੈਡਿਟ ਮਿਲ ਗਿਆ। ਔਰ ਇਹਦੇ ਵਿੱਚ ਤੁਹਾਨੂੰ ਆ ਦੇਖੋ 534 ਡੇਜ਼ ਔਰ ਸਿਰਫ 5 ਡੇਜ਼ ਐਬਸੈਂਸ ਰਹੋ, ਤਾਂ ਤੁਸੀਂ ਆਪਣੀ ਐਬਸੈਂਸ ਵੀ ਸਾਰੀ ਅੱਛੀ ਤਰ੍ਹਾਂ ਭਰਨੀ ਹੈ। ਹੁਣ ਇੱਥੇ ਆਪਸ਼ਨ ਆਏਗੀ ਪ੍ਰਿੰਟ ਦਿਸ ਪੇਜ। ਜਦੋਂ ਤੁਸੀਂ ਇਸ ਪੇਜ ਨੂੰ ਪ੍ਰਿੰਟ ਕਰਦੇ ਹੋ ਤਾਂ ਤੁਹਾਡੇ ਕੋਲ PDF ਫਾਰਮ ਦੇ ਵਿੱਚ ਸੇਵ ਹੋ ਜਾਂਦਾ ਹੈ, ਜੋ ਕਿ ਤੁਹਾਨੂੰ ਚਾਹੀਦਾ ਹੋਏਗਾ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਲਗਾਉਂਦੇ ਹੈਗੇ ਹੋ ਐਜ਼ ਅ ਪੇਪਰ ਫਾਈਲ ਕਰਦੇ ਹੋ ਆਪਣੀ ਐਪਲੀਕੇਸ਼ਨ। ਅਗਰ ਤੁਸੀਂ ਐਪਲੀਕੇਸ਼ਨ ਔਨਲਾਈਨ ਭਰ ਰਹੇ ਹੋ ਤਾਂ ਤੁਹਾਨੂੰ ਇਹ ਫਾਰਮ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਸਿਰਫ ਆਪਣਾ ਜੋ ਔਨਲਾਈਨ ਪ੍ਰੈਜ਼ੈਂਸ ਤੁਹਾਨੂੰ ਉਸ ਦੇ ਔਨਲਾਈਨ ਦੇ ਵਿੱਚ ਦਿੱਤੀ ਹੋਏਗੀ, ਸਿਰਫ ਤੁਹਾਨੂੰ ਉਹੀ ਭਰਨ ਦੀ ਜ਼ਰੂਰਤ ਹੈ। ਪਰ ਅਗਰ ਵੈਸੇ ਤੁਸੀਂ ਐਜ਼ ਅ ਫਨ ਇਸ ਨੂੰ ਕੈਲਕੂਲੇਟ ਕਰਨਾ ਚਾਹੁੰਦੇ ਹੋ ਕਿ ਕੀ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਹੋ, ਤਾਂ ਇਹ ਟੂਲ ਬਹੁਤ ਹੀ ਜ਼ਿਆਦਾ ਵਧੀਆ ਹੈ, ਤੁਹਾਨੂੰ ਐਗਜ਼ੈਕਟਲੀ ਦੱਸ ਦਿੰਦਾ ਕਿ ਤੁਹਾਡੇ ਕਿੰਨੇ ਦਿਨ ਹੋ ਚੁੱਕੇ ਨੇ, ਅਤੇ ਤੁਸੀਂ ਫਿਰ ਦੇਖ ਸਕਦੇ ਹੋ ਕਿ ਤੁਸੀਂ ਕਿੰਨੇ ਟਾਈਮ ਬਾਅਦ ਆਪਣੀ ਸਿਟੀਜ਼ਨਸ਼ਿਪ ਲਈ ਐਲੀਜੀਬਲ ਹੋ। ਨੰਬਰ 3, ਇਸ ਤੋਂ ਬਾਅਦ ਤੁਸੀਂ ਪਿਛਲੇ 5 ਸਾਲਾਂ ਵਿੱਚ ਜਿੰਨੇ ਵੀ ਪਾਸਪੋਰਟ ਤੁਹਾਡੇ ਕੋਲ ਰਹੇ ਨੇ, ਚਾਹੇ ਉਹ ਐਕਸਪਾਇਰ ਹੋ ਚੁੱਕੇ ਨੇ, ਉਹਨਾਂ ਦੇ ਜੋ ਫਸਟ ਤੇ ਲਾਸਟ ਪੇਜ ਨੇ ਜਿਨ੍ਹਾਂ 'ਤੇ ਤੁਹਾਡੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੁੰਦੀ ਹੈ, ਉਹਨਾਂ ਨੂੰ ਸਕੈਨ ਕਰਕੇ ਇੱਕ PDF ਫਾਈਲ ਬਣਾ ਲਓ। ਜੇ ਤੁਹਾਡੇ ਕੋਲ ਸਕੈਨਰ ਹੈ ਤਾਂ ਸਾਰੇ ਪੇਜਸ ਨੂੰ ਅੱਛੀ ਤਰ੍ਹਾਂ ਸਕੈਨ ਕਰੋ। ਜੇ ਸਕੈਨਰ ਨਹੀਂ ਹੈ ਤਾਂ ਕਿਸੇ ਵੀ ਪਬਲਿਕ ਲਾਇਬ੍ਰੇਰੀ ਵਿੱਚ ਚਲੇ ਜਾਓ, ਉੱਥੇ ਫ੍ਰੀ ਵਿੱਚ ਸਕੈਨ ਕਰ ਸਕਦੇ ਹੋ। ਨੰਬਰ 4, ਇਸ ਤੋਂ ਇਲਾਵਾ ਤੁਹਾਨੂੰ 2 ਪਰਸਨਲ IDs ਦੇਣੀਆਂ ਪੈਣਗੀਆਂ, ਜਿਨ੍ਹਾਂ ਵਿੱਚ ਇੱਕ ਤੁਹਾਡਾ ਪਾਸਪੋਰਟ ਹੋ ਜਾਏਗਾ ਤੇ ਦੂਸਰਾ ਡਰਾਈਵਰਸ ਲਾਇਸੈਂਸ ਜਾਂ PR ਕਾਰਡ ਜਾਂ ਹੈਲਥ ਇੰਸ਼ੋਰੈਂਸ ਕਾਰਡ। ਨੰਬਰ 5,
ਨੈਕਸਟ ਡਾਕੂਮੈਂਟ ਤੁਹਾਨੂੰ ਤਾਂ ਹੀ ਚਾਹੀਦਾ ਹੈ ਜੇ ਤੁਹਾਡੀ ਏਜ 18 ਤੋਂ 54 ਸਾਲ ਦੇ ਵਿੱਚ ਹੈ। ਇਸ ਡਾਕੂਮੈਂਟ ਵਿੱਚ ਤੁਸੀਂ ਆਪਣੀ ਲੈਂਗੁਏਜ ਐਬਿਲਿਟੀ ਦਾ ਪ੍ਰੂਫ ਦੇਣਾ ਹੁੰਦਾ ਹੈ। ਇਸ ਵਿੱਚ ਕਾਫੀ ਆਪਸ਼ਨਸ ਨੇ ਤੇ ਤੁਹਾਡੇ ਕੋਲ ਜੋ ਵੀ ਅਵੇਲੇਬਲ ਹੈ ਉਹ ਦੇ ਸਕਦੇ ਹੋ। ਸਭ ਤੋਂ ਪਹਿਲੀ ਆਪਸ਼ਨ ਹੈ ਆਇਲਟਸ ਦਾ ਰਿਜ਼ਲਟ। ਜਿਵੇਂ ਕਿ ਤੁਹਾਨੂੰ ਪਤਾ ਹੈ ਆਇਲਟਸ ਦਾ ਰਿਜ਼ਲਟ 2 ਸਾਲ ਵਿੱਚ ਐਕਸਪਾਇਰ ਹੋ ਜਾਂਦਾ। ਜੇ ਤੁਹਾਡੇ ਕੋਲ ਐਕਸਪਾਇਰਡ ਟੈਸਟ ਰਿਜ਼ਲਟ ਹੈ ਤਾਂ ਉਹ ਵੀ ਸਿਟੀਜ਼ਨਸ਼ਿਪ ਲਈ ਵੈਲਿਡ ਰਹੇਗਾ। ਤੁਹਾਡੇ ਸਪੀਕਿੰਗ ਵਿੱਚੋਂ 4 ਜਾਂ 4 ਤੋਂ ਜ਼ਿਆਦਾ ਬੈਂਡ ਹੋਣ ਤੇ ਲਿਸਨਿੰਗ ਵਿੱਚੋਂ 4.5 ਜਾਂ ਉਸ ਤੋਂ ਜ਼ਿਆਦਾ ਬੈਂਡਸ ਹੋਣੇ ਚਾਹੀਦੇ ਨੇ। ਰਾਈਟਿੰਗ ਐਂਡ ਰੀਡਿੰਗ ਮੋਡਿਊਲ ਦੀ ਕੋਈ ਮਿਨੀਮਮ ਰਿਕੁਆਇਰਮੈਂਟ ਨਹੀਂ ਹੈ। ਜੇ ਤੁਹਾਡੇ ਆਇਲਟਸ ਟੈਸਟ ਰਿਜ਼ਲਟ 2008 ਤੋਂ ਪੁਰਾਣਾ ਹੈ ਤਾਂ ਲਿਸਨਿੰਗ ਦੇ 4 ਬੈਂਡਸ ਵੀ ਐਕਸੈਪਟੇਬਲ ਨੇ। ਦੂਸਰੀ ਆਪਸ਼ਨ ਹੈ ਕਿ ਜੇ ਤੁਸੀਂ ਆਪਣੀ ਸੈਕੰਡਰੀ ਐਜੂਕੇਸ਼ਨ ਤੇ ਪੋਸਟ ਸੈਕੰਡਰੀ ਐਜੂਕੇਸ਼ਨ ਇੰਗਲਿਸ਼ ਮੀਡੀਅਮ ਵਿੱਚ ਕੀਤੀ ਹੋਈ ਹੈ ਤਾਂ ਤੁਸੀਂ ਉਸ ਦੀ ਨੰਬਰ ਸ਼ੀਟ ਤੇ ਸਰਟੀਫਿਕੇਟ ਵੀ ਲਗਾ ਸਕਦੇ ਹੋ। ਥਰਡ ਆਪਸ਼ਨ ਇਜ਼ ਜੇ ਤੁਸੀਂ ਕੈਨੇਡੀਅਨ ਕਾਲਜ ਜਾਂ ਯੂਨੀਵਰਸਿਟੀ ਤੋਂ ਐਜੂਕੇਸ਼ਨ ਪ੍ਰਾਪਤ ਕੀਤੀ ਹੈ ਤਾਂ ਉੱਥੋਂ ਦਾ ਸਰਟੀਫਿਕੇਟ ਜਾਂ ਡਿਪਲੋਮਾ ਵੀ ਲਗਾ ਸਕਦੇ ਹੋ। ਐਂਡ ਦ ਲਾਸਟ ਆਪਸ਼ਨ ਇਜ਼ ਕਿ ਹੁਣ ਜੇ ਤੁਹਾਡੇ ਕੋਲ ਇਹਨਾਂ ਵਿੱਚੋਂ ਕੁਝ ਵੀ ਅਵੇਲੇਬਲ ਨਹੀਂ ਹੈ ਤਾਂ ਤੁਸੀਂ CLB ਯਾਨੀ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਲੈਵਲ ਲੈ ਸਕਦੇ ਹੋ। ਇਹ ਸਰਵਿਸ ਫ੍ਰੀ ਹੈ ਕਿਉਂਕਿ ਇਹ ਸਰਵਿਸ ਗਵਰਨਮੈਂਟ ਆਫ ਕੈਨੇਡਾ ਵੱਲੋਂ ਫੰਡ ਕੀਤੀ ਜਾਂਦੀ ਹੈ। ਤੁਸੀਂ ਬਸ ਆਪਣੇ ਨੇੜੇ ਦੇ ਨਿਊਕਮਰ ਸੈਂਟਰ ਵਿੱਚ ਜਾ ਕੇ ਇਸ ਬਾਰੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਉਹ ਤੁਹਾਡਾ CLB ਲੈਵਲ ਚੈੱਕ ਕਰਨਗੇ ਤੇ ਸਿਟੀਜ਼ਨਸ਼ਿਪ ਲਈ ਤੁਹਾਡੇ ਲੈਵਲ 4 ਜਾਂ ਹਾਇਰ ਹੋਣਾ ਚਾਹੀਦਾ ਹੈ। ਜੇ ਤੁਹਾਡਾ ਲੈਵਲ 4 ਤੋਂ ਘੱਟ ਹੈ ਤਾਂ ਤੁਹਾਡੀ ਹੈਲਪ ਕੀਤੀ ਜਾਏਗੀ ਕਿ ਤੁਸੀਂ ਕਿਵੇਂ ਇਸ ਲੈਵਲ ਨੂੰ 4 ਤੱਕ ਲੈ ਕੇ ਆ ਸਕੋ। ਨੰਬਰ 6, ਇਸ ਤੋਂ ਇਲਾਵਾ ਤੁਹਾਨੂੰ 2 ਫੋਟੋਜ਼ ਚਾਹੀਦੀਆਂ ਨੇ ਜੋ ਸਿਟੀਜ਼ਨਸ਼ਿਪ ਦੀ ਰਿਕੁਆਇਰਮੈਂਟਸ ਦੇ ਅਕੋਰਡਿੰਗ ਖਿੱਚੀਆਂ ਹੋਣ। ਇੱਕ ਫੋਟੋ ਦੇ ਪਿੱਛੇ ਤੁਸੀਂ ਜਿੱਥੋਂ ਫੋਟੋ ਕਰਵਾਈ ਹੈ ਉਸ ਦੀ ਸਟੈਂਪ ਹੋਣੀ ਚਾਹੀਦੀ ਹੈ ਤੇ ਫੋਟੋਜ਼ 6 ਮਹੀਨੇ ਤੋਂ ਪੁਰਾਣੀਆਂ ਨਹੀਂ ਹੋਣੀ ਚਾਹੀਦੀਆਂ। ਨੰਬਰ 7, ਨੈਕਸਟ ਸਟੈਪ ਹੈ ਕਿ ਤੁਸੀਂ ਸਿਟੀਜ਼ਨਸ਼ਿਪ ਦੀ ਫੀਸ ਨੂੰ ਆਨਲਾਈਨ ਭਰਨਾ ਹੈ। ਸਿਟੀਜ਼ਨਸ਼ਿਪ ਐਪਲੀਕੇਸ਼ਨ ਦੀ ਫੀਸ ਹੈ $630 ਕੈਨੇਡੀਅਨ ਡਾਲਰ। ਇਸ ਦਾ ਲਿੰਕ ਵੀ ਨੀਚੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ। ਜਦੋਂ ਤੁਸੀਂ ਫੀਸ ਭਰ ਦਿੰਦੇ ਹੋ ਤਾਂ ਤੁਹਾਨੂੰ ਰਿਸੀਟ ਈਮੇਲ ਕਰ ਦਿੱਤੀ ਜਾਂਦੀ ਹੈ ਜੋ ਨਾਲ ਲਗਾਉਣੀ ਬਹੁਤ ਹੀ ਜ਼ਰੂਰੀ ਹੈ। ਨੰਬਰ 8, ਨੈਕਸਟ ਹੈ ਚੈੱਕਲਿਸਟ। ਸਿਟੀਜ਼ਨਸ਼ਿਪ ਐਪਲੀਕੇਸ਼ਨ ਵਿੱਚ ਜਿਹੜੇ ਡਾਕੂਮੈਂਟਸ ਤੁਸੀਂ ਲਗਾਏ ਨੇ ਇਸ ਫਾਰਮ 'ਚ ਉਹਨਾਂ ਨੂੰ ਤੁਸੀਂ ਟਿਕ ਮਾਰਕ ਕਰੋਗੇ। ਪਰ ਜੇ ਤੁਸੀਂ ਆਨਲਾਈਨ ਐਪਲੀਕੇਸ਼ਨ ਲਗਾ ਰਹੇ ਹੋ ਤਾਂ ਇਹ ਆਪਣੇ ਆਪ ਟਿਕ ਮਾਰਕ ਹੋ ਜਾਂਦੇ ਨੇ ਜਦੋਂ ਤੁਸੀਂ ਰਿਕੁਆਇਰਡ ਫਾਈਲਸ ਨੂੰ ਅਟੈਚ ਕਰਦੇ ਹੋ ਉਦੋਂ। ਨੰਬਰ 9 ਇਜ਼ ਪੁਲਿਸ ਕਲੀਅਰੈਂਸ ਸਰਟੀਫਿਕੇਟ ਫॉर ਸਿਟੀਜ਼ਨਸ਼ਿਪ। ਪਹਿਲਾਂ ਚੈੱਕ ਕਰ ਲਓ ਕਿ ਤੁਹਾਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਲਈ ਪੁਲਿਸ ਕਲੀਅਰੈਂਸ ਚਾਹੀਦਾ ਵੀ ਹੈ ਜਾਂ ਨਹੀਂ। ਜੇ ਤੁਸੀਂ ਪਿਛਲੇ 4 ਸਾਲਾਂ ਵਿੱਚ ਕਦੇ ਵੀ ਕੈਨੇਡਾ ਨੂੰ ਛੱਡ ਕੇ ਕਿਸੇ ਵੀ ਹੋਰ ਕੰਟਰੀ ਵਿੱਚ 183 ਦਿਨ ਜਾਂ ਇਸ ਤੋਂ ਜ਼ਿਆਦਾ ਲਗਾਤਾਰ ਰਹੇ ਹੋ ਤਾਂ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇਣਾ ਪਏਗਾ। ਤੁਹਾਨੂੰ ਇੱਕ ਬਹੁਤ ਈਜ਼ੀ ਐਗਜ਼ਾਮਪਲ ਦੇ ਨਾਲ ਸਮਝਾ ਦਿੰਦਾ ਕਿ ਕਿਵੇਂ ਕੈਲਕੂਲੇਟ ਕਰਨਾ ਹੈ। 4 ਸਾਲ ਇਜ਼ ਇਕੁਅਲ ਟੂ 1460 ਦਿਨ। ਹੁਣ ਜੇ ਤੁਸੀਂ 25 ਸਤੰਬਰ 2019 ਨੂੰ ਕੈਨੇਡਾ ਦੇ PR ਬਣੇ ਸੀ ਤੇ ਅੱਜ 25 ਮਾਰਚ 2023 ਹੈ। ਅੱਜ ਤੁਹਾਨੂੰ ਕੈਨੇਡਾ ਵਿੱਚ ਰਹਿੰਦੇ ਹੋਏ 1277 ਦਿਨ ਹੋ ਗਏ ਨੇ। ਹੁਣ ਜੇ 1460 ਚੋਂ ਆਪਾਂ 1277 ਨੂੰ ਮਾਈਨਸ ਕਰੀਏ ਤਾਂ 183 ਦਿਨ ਆਉਂਦੇ ਨੇ। 4 ਸਾਲ ਯਾਨੀ 1460 ਦਿਨਾਂ ਵਿੱਚੋਂ ਤੁਸੀਂ 1277 ਦਿਨ ਕੈਨੇਡਾ ਵਿੱਚ ਰਹੇ ਤੇ 183 ਦਿਨ ਇੰਡੀਆ ਵਿੱਚ। ਜੇ ਤੁਸੀਂ ਅੱਜ ਯਾਨੀ 25 ਮਾਰਚ 2023 ਨੂੰ ਸਿਟੀਜ਼ਨਸ਼ਿਪ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਚਾਹੀਦਾ ਹੈ ਕਿਉਂਕਿ ਤੁਸੀਂ 183 ਦਿਨ ਜਾਂ ਇਸ ਤੋਂ ਜ਼ਿਆਦਾ ਇੰਡੀਆ ਵਿੱਚ ਸੀ। ਪਰ ਜੇ ਤੁਸੀਂ ਕੱਲ੍ਹ ਯਾਨੀ 26 ਮਾਰਚ 2023 ਨੂੰ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਪੁਲਿਸ ਕਲੀਅਰੈਂਸ ਨਹੀਂ ਚਾਹੀਦਾ ਕਿਉਂਕਿ ਤੁਸੀਂ ਇੰਡੀਆ ਵਿੱਚ 182 ਦਿਨ ਸੀ। ਆਈ ਹੋਪ ਦੈਟ ਮੇਕ ਸੈਂਸ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਹੈ ਕਿ ਤੁਸੀਂ PR ਹੋਣ ਤੋਂ 3 ਸਾਲ ਯਾਨੀ 1095 ਦਿਨਾਂ ਬਾਅਦ ਸਿਟੀਜ਼ਨਸ਼ਿਪ ਅਪਲਾਈ ਕਰਨ ਲਈ ਕੁਆਲੀਫਾਈ ਹੋ ਜਾਂਦੇ ਹੋ। ਪਰ ਜੇ ਤੁਸੀਂ ਪੁਲਿਸ ਕਲੀਅਰੈਂਸ ਵਾਲੇ ਝੰਜਟ 'ਚ ਨਹੀਂ ਪੈਣਾ ਚਾਹੁੰਦੇ ਤਾਂ ਜਦੋਂ ਤੁਹਾਨੂੰ ਕੈਨੇਡਾ ਵਿੱਚ ਰਹਿੰਦੇ ਹੋਏ 3.5 ਸਾਲ ਹੋ ਜਾਂਦੇ ਨੇ ਤਾਂ ਤੁਹਾਨੂੰ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਹੀਂ ਦੇਣਾ ਪਏਗਾ ਕਿਉਂਕਿ ਤੁਸੀਂ ਪਿਛਲੇ 4 ਸਾਲਾਂ ਵਿੱਚੋਂ 183 ਦਿਨਾਂ ਤੋਂ ਘੱਟ ਇੰਡੀਆ ਵਿੱਚ ਰਹੇ ਹੋ ਜਾਂ ਕਿਸੇ ਹੋਰ ਦੇਸ਼ ਵਿੱਚ। ਇੱਥੇ ਤੁਹਾਨੂੰ ਮੈਂ ਇਹ ਵੀ ਦੱਸ ਦੇਵਾਂ ਕਿ ਜੇ ਤੁਸੀਂ PR ਹੋਣ ਤੋਂ ਬਾਅਦ ਕੈਨੇਡਾ ਤੋਂ ਬਾਹਰ ਜਾਂਦੇ ਹੋ ਤਾਂ ਤੁਹਾਨੂੰ ਉਹ ਦਿਨਾਂ ਦਾ ਕ੍ਰੈਡਿਟ ਨਹੀਂ ਮਿਲੇਗਾ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅੱਜ ਲਈ ਬਸ ਇੰਨਾ ਹੀ। ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਨੇ ਕਿਰਪਾ ਕਰਕੇ ਨੀਚੇ ਕਮੈਂਟ ਸੈਕਸ਼ਨ 'ਚ ਸਾਨੂੰ ਜ਼ਰੂਰ ਦੱਸਿਓ ਤੇ ਪੂਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ। ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਰਹੇਗੀ। ਹੁਣ ਅਗਲੇ ਐਪੀਸੋਡ 'ਚ ਮਿਲਦੇ ਹਾਂ। ਉਦੋਂ ਤੱਕ ਆਪਣੇ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਯਾਦ ਰੱਖੋ ਕਿ ਕਿਸੇ ਵੀ ਇਮੀਗ੍ਰੇਸ਼ਨ ਏਜੰਟ ਜਾਂ ਕੰਸਲਟੈਂਟ ਕੋਲ ਜਾਣ ਤੋਂ ਪਹਿਲਾਂ ਆਪਣੀ ਤਿਆਰੀ ਕਰਕੇ ਜਾਓ।